ਕਰਨ ਨਾ ਕਰਨ ਉੱਥੇ ਇਹਨਾਂ ਨੇ ਕਿਹਾ ਸਰਕਾਰ ਨੇ ਕਿ 8400 ਬੰਦੇ ਨੂੰ ਅਸੀਂ ਨੌਕਰੀ ਚੋਂ ਹਟਾਵਾਂਗੇ, ਕੱਢਾਂਗੇ ਨੌਕਰੀ ਦੇ। ਇਹ ਦੋ ਏਜੰਡਿਆਂ ਤੇ ਆਪਾਂ ਗੱਲ ਕਰਨੀ ਹੈਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਬਣਿਆ ਥਰਮਲ ਪਲਾਂਟ ਜਿਹੜਾ 1969 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਸੀ। 74 ਚ ਪਹਿਲਾ ਜੂਨ ਚੱਲ ਪਿਆ ਸੀ, ਫਿਰ ਥੋੜੇ ਸਮੇਂ ਬਾਅਦ 4 ਜੂਨ ਤੋਂ ਚੱਲੇ ਤੇ ਅੱਜ 550 ਸਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਸੀਂ ਮਨਾ ਰਹੇ ਹਾਂ। ਜਿਹੜੀ ਖੁਸ਼ੀ ਸਾਨੂੰ ਪ੍ਰਾਪਤ ਹੋਈ ਸੀ 1969 ਦੇ ਵਿੱਚ ਬਠਿੰਡੇ ਦੀ ਲਾਈਫ ਲਾਈਨ ਬਣਿਆ ਸੀ ਥਰਮਲ ਪਲਾਂਟ, ਜਿਹਦੇ ਕਰਕੇ ਉਸ ਤੋਂ ਬਾਅਦ ਹੀ ਸਾਰੀ ਬਠਿੰਡੇ ਦੀ ਤਰੱਕੀ ਹੋਈ। ਬਹੁਤ ਵੱਡਾ ਬਿਜਲੀ ਦੇ ਵਿੱਚ ਰਾਹਤ ਦਿੱਤੀ ਸੀ ਸਾਨੂੰ ਇਸ ਥਰਮਲ ਪਲਾਂਟ ਨੇ। ਹਜ਼ਾਰਾਂ ਲੋਕਾਂ ਨੂੰ ਬਠਿੰਡੇ ਦੇ ਨੂੰ ਆਲੇ ਦੁਆਲੇ ਦਿਆਂ ਨੂੰ ਬਠਿੰਡੇ ਦਿਆਂ ਨੂੰ ਰੁਜ਼ਗਾਰ ਮਿਲਿਆ ਸੀ ਇੱਥੇ। ਤੇ ਇੱਕ ਬਠਿੰਡੇ ਦੀ ਸ਼ਾਨ ਬਣ ਕੇ ਥਰਮਲ ਪਲਾਂਟ ਜਿਵੇਂ ਪਹਿਲਾਂ ਕਿਲਾ ਮਸ਼ਹੂਰ ਹੁੰਦਾ ਬਠਿੰਡੇ ਦਾ, ਕਿਲਾ ਬਹੁਤ ਉੱਚਾ ਸੀ, ਸ਼ਹਿਰ ਤੋਂ ਦੂਰੋਂ ਦਿਸਦਾ ਸੀ। ਇਵੇਂ ਚਿਮਨੀਆਂ ਜਦੋਂ ਇੱਧਰੋਂ ਆਉਂਦੇ ਆ ਸਾਰਾ ਫਰੀਦਕੋਟ ਬਣੀਓ, ਫਿਰੋਜ਼ਪੁਰ ਬਣੀਓ, ਮੋਗੇ ਬਣੀਓ, ਬਠਿੰਡੇ ਸਾਰਾ ਇਸ ਏਰੀਏ ਤੋਂ ਬਰਨਾਲੇ ਤੋਂ ਉਹ ਚਿਮਨੀਆਂ ਦੂਰੋਂ ਹੀ ਦਿਖਦੀਆਂ ਨੇ ਤੇ ਬੜਾ ਸੋਹਣਾ ਲੱਗਦਾ। ਸੋ ਰੁਜ਼ਗਾਰ ਬੜਾ ਦਿੱਤਾ, ਬਿਜਲੀ ਬੜੀ ਪੈਦਾ ਕੀਤੀ, ਇੰਡਸਟਰੀ ਲਿਆਂਦੀ, ਫਰਟੀਲਾਈਜ਼ਰ ਆਈ, ਇਹਦੇ ਨਾਲ ਹੀ ਬਹੁਤ ਵੱਡਾ ਕਾਰਖਾਨਾ ਹੋਰ ਬੜੀ ਇੰਡਸਟਰੀ ਲੱਗੀ ਬਠਿੰਡੇ 'ਚ। ਸੋ ਬੜੇ ਇਹਨੇ ਥਰਮਲ ਪਲਾਂਟ ਨੇ ਬਠਿੰਡੇ ਦੇ ਜਿਹੜੇ ਰੂਪ ਰੇਖਾ ਸੀ ਉਹਨੂੰ ਬਦਲਿਆ। ਜਿਹੜੇ ਬਠਿੰਡੇ 'ਚ ਕੋਈ ਆਉਣਾ ਨਹੀਂ ਸੀ ਚਾਹੁੰਦਾ ਹੁੰਦਾ, ਪਹਿਲਾਂ ਟਿੱਬਿਆਂ ਵਾਲਾ ਬਠਿੰਡਾ ਕਿਹਾ ਜਾਂਦਾ ਸੀ, ਫਿਰ ਇਹ ਸਥਿਤੀ ਪੈਦਾ ਹੋ ਗਈ ਅੱਜ ਤੱਕ ਕਿ ਕੋਈ ਬੰਦਾ ਹੁਣ ਜਿਹੜਾ ਅਫਸਰ ਬਾਹਰੋਂ ਆ ਜਾਂਦਾ ਇੱਥੇ ਮੁੜ ਕੇ ਜਾਂਦਾ ਨਹੀਂ ਹੈਗਾ। ਇਹ ਥਰਮਲ ਪਲਾਂਟ ਨੇ ਇੰਨੀਆਂ ਬਠਿੰਡੇ ਦੀ ਤਰੱਕੀ ਕਰਾਈ, ਇੰਨਾ ਵਧੀਆ ਸਾਰਾ ਕੁਝ ਹੋਇਆ। ਸੋ ਉਸ ਥਰਮਲ ਪਲਾਂਟ ਨੂੰ ਸਰਕਾਰ ਨੇ ਪਤਾ ਨਹੀਂ ਕਿਉਂ ਵੋਟਾਂ ਤੋਂ ਪਹਿਲਾਂ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਅਦਾ ਕੀਤਾ ਕਿ ਇਹ ਥਰਮਲ ਪਲਾਂਟ ਅਸੀਂ ਚਲਾਵਾਂਗੇ। ਸਾਡੇ ਖਜ਼ਾਨਾ ਮੰਤਰੀ ਜੀ ਬਾਰ-ਬਾਰ ਜਦੋਂ ਭਾਸ਼ਣ ਦਿੰਦੇ ਸੀਗੇ ਇੱਥੇ ਇਲੈਕਸ਼ਨ ਦੇ ਵਿੱਚ, ਉਦੋਂ ਇੱਥੋਂ ਤੱਕ ਬੋਲਦੇ ਸੀ ਕਿ ਮੇਰੀਆਂ ਅੱਖਾਂ 'ਚ ਹੰਝੂ ਆ ਜਾਂਦੇ ਆ ਜਦੋਂ ਮੈਂ ਚਿਮਨੀਆਂ ਕੋਲ ਦੀ ਲੰਘਦਾ ਹਾਂ, ਤੇ ਜਦੋਂ ਮੈਂ ਸਰਕਾਰ ਬਣ ਗਈ ਬਸ ਮੈਂ ਪਹਿਲਾਂ ਹੀ ਚਿਮਨੀਆਂ ਦਾ ਧੂੰਆਂ ਕੱਢਾਂਗੇ। ਹੁਣ ਧੂੰਆਂ ਤਾਂ ਉਸ ਲੋਟ ਕੀ ਕੱਢਣਾ ਸੀ, ਮੈਨੂੰ ਤਾਂ ਥਰਮਲ ਦਾ ਧੂੰਆਂ ਹੀ ਕੱਢਤਾ, ਚਿਮਨੀਆਂ 'ਚ ਕੀ ਨਿਕਲਣਾ ਸੀ। ਸੋ ਬੈਠਦੇ ਪਹਿਲੇ ਫੈਸਲੇ ਕਰਦੇ ਬੰਦ ਕਰਨ ਦੇ ਥਰਮਲ ਪਲਾਂਟ ਨੂੰ। ਹੁਣ ਕੱਲ ਇੱਕ ਨਵਾਂ ਟੈਂਡਰ ਆ ਗਿਆ ਅਖਬਾਰਾਂ ਦੇ ਵਿੱਚ ਦੇਤਾ, ਉਹਦੇ 'ਚ 132 ਕਰੋੜ ਰੁਪਇਆ ਇਹਨਾਂ ਨੇ ਢਾਉਣ ਦਾ, ਵੀ ਇਹਦੀ ਢਾਈ ਕਰਕੇ ਵੀ ਸਾਫ਼ ਕਰ ਦਿਓ ਸਾਰੇ, ਪਤਾ ਹੀ ਨਾ ਲੱਗੇ ਵੀ ਇੱਥੇ ਥਰਮਲ ਸੀਗਾ ਕਦੇ ਬਣਿਆ ਸੀ ਕਿ ਨਹੀਂ, ਜਮਾਂ ਹੀ ਮੁਕਾ ਦਿਓ ਕੰਮ। ਸੋ ਉਸ ਦੇ ਵਾਸਤੇ ਬਹੁਤ ਹੀ ਨਿੰਦਣੀ ਗੱਲ ਹੈ। ਸਰਕਾਰ ਆਪਣੀ ਕਹਿਣੀ ਤੇ ਕਰਨੀ ਤੇ ਬਿਲਕੁਲ ਉਸ ਚੱਲ ਗਈ ਹੈ। ਪਹਿਲਾਂ ਅਸੀਂ ਇਹਨੂੰ ਚਲਾਉਣਾ ਚਾਹੀਦਾ ਸੀ, ਜੇ ਵਾਅਦਾ ਕੀਤਾ ਸੀ, ਕਿਉਂਕਿ 700 ਕੋਈ 25-26 ਕਰੋੜ ਰੁਪਇਆ ਤੇ ਇਹਦੀ ਰੈਨੋਵੇਟ ਤੇ ਲੱਗ ਗਿਆ ਸੀ। ਸਾਰੀਆਂ ਟੈਕਨੀਕਲ ਕਮੇਟੀਆਂ ਦੀਆਂ ਰਿਪੋਰਟਾਂ ਨੇ ਕਿ ਇਹ 30 ਤੱਕ ਚੱਲ ਸਕਦਾ ਹੈ। ਫਿਰ ਪਿੱਛੇ ਜੇ ਸਾਰੇ ਇਹਨਾਂ ਨੇ ਸਰਵੇ ਕਰਾਏ, ਉਹਨਾਂ ਨੇ ਕਿਹਾ ਪਰਾਲੀ ਤੇ ਵੀ ਇਹ ਚੱਲ ਸਕਦਾ, ਬਹੁਤ ਵਧੀਆ ਇੱਕ ਇਹਦੇ ਤੇ ਸੋਲਰ ਤੇ ਵੀ ਇੱਥੇ ਕੰਮ ਲਿਆ ਜਾ ਸਕਦਾ ਹੈ। ਸੋ ਸਾਰੀਆਂ ਗੱਲਾਂ ਨੂੰ ਸਰਕਾਰ ਨੇ ਦਰਕਨਾਰ ਕਰਕੇ ਇਹਨੂੰ ਢਾਉਣ ਦਾ ਫੈਸਲਾ ਕਰ ਲਿਆ। ਮੈਂ ਸਮਝਦਾ ਕਿਉਂਕਿ ਸਰਕਾਰ ਨੂੰ ਢਾਉਣ 'ਚ ਤੇ ਜ਼ਮੀਨ ਵੇਚ ਕੇ ਪਲਾਟ ਵੇਚਣ 'ਚ ਜ਼ਿਆਦਾ ਫਾਇਦਾ ਹੈ। ਥਰਮਲ ਚੱਲਣ 'ਚ ਸਰਕਾਰ ਨੂੰ ਕੋਈ ਫਾਇਦਾ ਨਹੀਂ ਹੈਗਾ। ਥਰਮਲ ਚੱਲਣ 'ਚ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੈ, ਥਰਮਲ ਨੂੰ ਢਾਉਣ ਤੇ ਪਲਾਟ ਵੇਚਣ 'ਚ ਸਰਕਾਰ ਮੌਜੂਦਾ ਸਰਕਾਰ ਨੂੰ ਫਾਇਦਾ ਹੈ। ਸਰਕਾਰ ਉਹ ਕੰਮ ਕਰ ਰਹੀ ਹੈ ਜਿਹੜਾ ਇਹਨੂੰ ਆਪਣਾ ਪਰਸਨਲੀ ਫਾਇਦਾ ਹੈ, ਜਿਹੜਾ ਲੋਕਾਂ ਦਾ ਫਾਇਦਾ ਉਹ ਤੋਂ ਸਰਕਾਰ ਸਾਰੀ ਗੱਲ ਤੋਂ ਭੱਜ ਗਈ ਹੈ। ਸੋ ਅਸੀਂ ਇਹਦੀ ਨਿੰਦਿਆ ਕਰਦੇ ਹਾਂ। ਇਹਦੇ ਖਿਲਾਫ ਜੋ ਵੀ ਹੁਣੇ ਬਹਾਨਾ ਬਣ ਗਿਆ ਇਹਨਾਂ ਨੂੰ ਕੋਵਿਡ ਦਾ ਕਿ ਕੋਈ ਕਰ ਲਓ ਕੰਮ ਵਜਾਰਾ ਤੇ ਕੋਈ ਕਰ ਨਹੀਂ ਸਕਦਾ, ਹੁਣ ਦੱਬ ਦਿਓ ਟੱਟੂ ਸਾਰਾ ਕੰਮ, ਕਿ ਹੁਣ ਇੱਕੇ ਦਾ ਨਹੀਂ ਘੜੀਸ ਦਿਓ ਕੰਮ ਸਾਰਾ। ਸੋ ਭਾਵੇਂ ਫਿਰ ਜੇ ਇਹ ਗਲਤ ਪਾਸੇ ਤੁਰਨਗੇ, ਭਾਵੇਂ ਕੋਵਿਡ ਆ ਭਾਵੇਂ ਕੁਛ ਹੈ, ਅਕਾਲੀ ਦਲ ਇਸ ਗੱਲ ਤੋਂ ਪਿੱਛੇ ਨਹੀਂ ਹਟੇਗਾ ਕਦੇ ਵੀ ਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਉਹ ਬਣਾਉਂਦੇ, ਇਹਨੂੰ ਚਲਾਉਣਾ ਚਾਹੀਦਾ। ਬਹੁਤ ਵੱਡੀ ਸਮੱਸਿਆ ਸਾਡੀ ਪਰਾਲੀ ਦੀ ਹੱਲ ਹੋ ਜਾਂਦੀ ਹੈ 10-12 ਜ਼ਿਲ੍ਹਿਆਂ ਦੀ ਜੇ 1 ਯੂਨਿਟ ਵੀ ਚਲਾ ਦੇਣ, ਇੱਕ ਹੀ ਸਿਰਫ। ਤੇ ਖਰਚਾ ਕਿੰਨਾ ਹੈ? ਸਿਰਫ 300 ਕਰੋੜ। 300 ਕਰੋੜ ਰੁਪਇਆ ਖਰਚ ਕਰਕੇ ਜੇ 12-13 ਜ਼ਿਲ੍ਹਿਆਂ ਦੀ ਪਰਾਲੀ ਦੀ ਸਮੱਸਿਆ ਸਦਾ ਲਈ ਖਤਮ ਹੁੰਦੀ ਹੈ ਸਾਡੀ, ਕਿੰਨਾ ਵੱਡਾ ਪ੍ਰਦੂਸ਼ਣ ਠੀਕ ਹੁੰਦਾ, ਤੇ ਫਿਰ ਕੀ ਮਹਿੰਗਾ ਸੌਦਾ ਇਹ ਹੈਗਾ ਸਰਕਾਰ ਵਾਸਤੇ। ਸੋ ਇੱਕ ਤਾਂ ਇਹ ਅਸੀਂ ਗੱਲ ਦੀ ਫਿਰ ਇੱਕ ਵਾਰ ਦੱਬ ਕੇ ਨਿੰਦਿਆ ਕਰਦੇ, ਗਲਤ ਹੈ, ਧੱਕਾ ਹੈ। 550 ਸਾਲਾਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਤੋਹਫਾ ਦੇਣ ਲੱਗੇ ਲੋਕਾਂ ਨੂੰ, ਜਿਹੜੀ ਕਿ ਬਹੁਤ ਨਿੰਦਣੀ ਗੱਲ ਹੈ, ਘਟੀਆ ਗੱਲ ਹੈ ਸਰਕਾਰ ਦੀ। ਦੂਜਾ, ਅੱਜ ਨੌਕਰੀਆਂ ਪਹਿਲਾਂ ਹੀ ਬਹੁਤ ਜਾ ਚੁੱਕੀਆਂ, ਕੋਵਿਡ ਦੇ ਕਰਕੇ ਨੌਕਰੀਆਂ ਕਿੰਨੀਆਂ ਹੀ ਖਤਮ ਹੋ ਗਈਆਂ। ਸਰਕਾਰ ਨੇ 3.5 ਸਾਲ ਹੋ ਗਏ ਬੰਦਾ ਕੋਈ ਭਰਤੀ ਕੀਤਾ ਨਹੀਂ, ਕਹਿ ਛੱਡਦੇ ਅਸੀਂ ਆਹ ਕਰਾਂਗੇ ਵਾਹ ਕਰਾਂਗੇ, ਪਰ ਕੀਤਾ ਕੋਈ ਨਹੀਂ। ਪਰ ਹੁਣ ਆ ਜਿਹੜੇ 2 ਮਹਿਕਮੇ ਇਕੱਠੇ ਕਰਕੇ ਉਹਦੇ 'ਚ 8400 ਬੰਦੇ ਦਾ ਆ ਗਿਆ ਕਿ ਅਸੀਂ ਕੱਢ ਰਹੇ ਹਾਂ ਨੌਕਰੀ ਦੇ ਵਿੱਚੋਂ। ਸੋ ਦੇਣੀਆਂ ਤਾਂ ਇੱਕ ਪਾਸੇ ਰਹੀਆਂ ਕਿ ਅਸੀਂ ਬੜੀਆਂ ਨੌਕਰੀਆਂ ਦੇਵਾਂਗੇ, ਘਰ ਨੌਕਰੀ ਦੇਵਾਂਗੇ। ਹੁਣ ਆਹ ਘਰ ਨੌਕਰੀ ਹੈ ਤਾਂ ਘਰ ਨੌਕਰੀ ਕੱਢਿਆ ਵਾਲਿਆਂ ਦੀ ਹੋ ਜਾਊਗੀ। ਜਿਹੜੇ ਸਰਕਾਰ 'ਚੋਂ ਕੱਢਿਆ ਉਹ ਬੰਦਾ 8400 ਘਰਾਂ 'ਚ ਤਾਂ ਦੇਵੇ, ਅੱਜ ਹੀ ਬੁੱਝ ਜਾਣਗੇ। ਸੋ ਇਹਦੀ ਵੀ ਅਸੀਂ ਪੂਰੀ ਨਿੰਦਿਆ ਕਰਦੇ ਹਾਂ। ਬਹੁਤ ਧੱਕਾ ਸਰਕਾਰ ਦਾ, ਕਿਸੇ ਮੁਲਾਜ਼ਮ ਨੂੰ ਕੱਢਿਆ ਨਹੀਂ ਜਾਣਾ ਚਾਹੀਦਾ। ਜਿੱਥੇ ਮਰਜ਼ੀ ਘੱਟ ਆ ਉੱਥੇ ਕਮਾ ਲੈਣ, ਜਿੱਥੇ ਹੋਰ ਮਹਿਕਮੇ ਤੋੜਾ ਉੱਥੇ ਭੇਜ ਦੇਣ ਜੇ ਇੱਥੇ ਵਾਧੂ ਆ ਤਾਂ। ਪਰ ਸਰਕਾਰ 'ਚੋਂ ਕਿਸੇ ਵੀ ਮੁਲਾਜ਼ਮ ਨੂੰ ਇਸ ਬਹਾਨੇ ਕੱਢਿਆ ਨਹੀਂ ਜਾਣਾ ਚਾਹੀਦਾ। ਤਾਂ ਬਿਲਕੁਲ ਸਾਰੀਆਂ ਆਪਣੀਆਂ ਪਾਲਿਸੀਆਂ ਦੇ ਟੋਟਲੀ ਉਲਟ ਚਲੇ ਗਏ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਲੇ ਗਏ, ਘਰ ਨੌਕਰੀ, ਸਾਰਾ ਕਰਜ਼ਾ ਮਾਫ, ਉਹ ਤਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੀ ਹੈ, ਜਿਵੇਂ ਦੁਹਰਾਵਾਂ
ਬਾਰ-ਬਾਰ ਚੰਗਾ ਨਹੀਂ ਲੱਗਦਾ। ਪਰ ਕੱਢਣ ਵਾਲਾ ਤਾਂ ਇਹਨਾਂ ਨੇ ਕਿਤੇ ਲਿਖਿਆ ਵੀ ਨਹੀਂ ਸੀ, ਇਹਦੇ 'ਚ ਆਪਣੇ ਮੈਨੀਫੈਸਟੋ 'ਚ ਵੀ ਨਹੀਂ ਸੀ ਲਿਖਿਆ ਵੀ ਅਸੀਂ ਕੱਢਾਂਗੇ ਨੌਕਰੀਆਂ 'ਚ। ਹੁਣ ਤਾਂ ਉਦੋਂ ਵੀ ਉਲਟ ਚੱਲ ਪਏ ਇਹ ਕੰਮ ਦੇ। ਸੋ ਇਸ ਕਰਕੇ ਇਹ ਦੋ ਜਿਹੜੇ ਸਾਡੇ ਅੱਜ ਦੇ ਜ਼ਿਆਦਾ ਹੈਗੇ ਸੀ ਮਸਲੇ, ਇਹਦੇ 'ਤੇ ਅਸੀਂ ਤੁਹਾਨੂੰ ਖੇਚਲ ਦਿੱਤੀ ਹੈ ਸਾਰਿਆਂ ਨੂੰ। ਸੋ ਤੁਸੀਂ ਆਏ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੁਲਕਾ ਸਾਹਿਬ 2022 ਦੇ ਵਿੱਚ ਆਪਣੀ ਸਰਕਾਰ ਆਂਦੀ ਹੈ ਅਕਾਲੀ ਦਲ ਦੀ, ਤੇ ਇਹ ਸਰਕਾਰ ਨੇ ਥਰਮਲ ਪਲਾਂਟ ਬੰਦ ਕਰਾਤਾ, ਕਿ ਤੁਸੀਂ ਥਰਮਲ ਨੂੰ ਫਿਰ ਚਲਾਓਗੇ? ਨਹੀਂ, ਜੇ ਸਾਡੀ ਸਰਕਾਰ ਦਾ ਜਦੋਂ ਅਸੀਂ ਹੁਣ ਕਹੀ ਜਾਂਦੇ ਅਸੀਂ ਰੌਲਾ ਪਾਈ ਜਾਂਦੇ ਹਾਂ ਕਿ ਥਰਮਲ ਪਲਾਂਟ ਨਹੀਂ ਬੰਦ ਹੋਣਾ ਚਾਹੀਦਾ, ਫਿਰ ਸਾਡੀ ਸਰਕਾਰ ਆ ਕੇ ਅਸੀਂ ਬੰਦ ਕਿਵੇਂ ਕਰਾਂਗੇ? ਨਹੀਂ, ਐਵੇਂ ਨਾ ਮਨਪ੍ਰੀਤ ਬਾਦਲ ਨੇ ਵੀ ਇੱਕ ਮਿੰਟ ਮਨਪ੍ਰੀਤ ਬਾਦਲ ਨੇ ਵੀ ਇਹੀ ਗੱਲ ਕਹੀ ਸੀ ਵੋਟਾਂ ਤੋਂ ਪਹਿਲਾਂ ਵੀ, ਮੇਰੀ ਚਿਮਨੀ ਹੈ ਧੂੰਆਂ ਨਹੀਂ ਹਟਣ ਦੂੰਗਾ। ਉਹਨੇ ਮੁੱਕਰ ਗਿਆ। ਕੱਲ ਨੂੰ ਤੁਸੀਂ ਫਿਰ ਤੁਸੀਂ ਉਹਨੇ ਗੱਲ ਤੁਸੀਂ ਕਹਿ ਦੋ ਤਾਂ ਕੋਈ ਵੋਟਾਂ ਹੈ ਹੀ ਨਹੀਂ ਆਣਗੇ ਜਦੋਂ ਅੱਜ ਤਾਂ ਨਾ ਕੋਈ ਵੋਟ ਆ, ਹਲੇ 1.5 ਸਾਲ ਪਿਆ, ਕੋਈ ਵੋਟਾਂ ਦੀ ਗੱਲ ਅੱਜ ਤੱਕ ਕੋਈ ਹੈ ਹੀ ਨਹੀਂ ਜੀ। ਕਾਂਗਰਸ ਨੇ ਕਿਹਾ, ਵਿਰੋਧੀਆਂ ਨੇ ਕਿਹਾ ਵੀ ਜੜਾ ਤੇਲ ਤਾਂ ਅਕਾਲੀ ਦਲ ਨਹੀਂ ਪਾਇਆ ਸੀਗਾ। ਅਸੀਂ ਕਿਸ ਗੱਲ ਤੇ ਤੇਲ ਪਾਇਆ ਸੀ? ਬਣਾਇਆ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ, ਬਣਾਇਆ ਸੀ, ਇਹਨੂੰ ਚਲਾਇਆ, ਰੈਨੋਵੇਟ। ਜੇ ਅਸੀਂ ਇਹਨੂੰ ਬੰਦ ਕਰਨਾ ਹੁੰਦਾ ਫਿਰ ਅਸੀਂ ਰੈਨੋਵੇਟ ਕਿਉਂ ਕਰਾਉਂਦੇ? ਫਿਰ ਅਸੀਂ ਕਿਉਂ 750 ਕਰੋੜ ਰੁਪਇਆ ਖਰਾਬ ਕਰਦੇ ਸਰਕਾਰ ਦਾ? ਜੇ ਸਾਡੇ ਕੋਈ ਮਨ ਦੇ ਵਿੱਚ ਵੋਟ ਹੁੰਦਾ ਜਾਂ ਅਸੀਂ ਇਹਨੂੰ ਕਿਉਂ ਕਰਨਾ ਹੁੰਦਾ, ਫਿਰ ਅਸੀਂ ਕਿਉਂ ਕਰਦੇ ਰੈਨੋਵੇਟ? ਰੈਨੋਵੇਟ ਅਸੀਂ ਇਹਨੂੰ ਚਲਾਉਣ ਦੀ ਖਾਤਰ ਹੀ ਕੀਤਾ ਸੀ ਸਾਰਾ ਕੁਝ। ਮਲੂਕਾ ਸਰ ਜੀ ਸਰ ਜੀ ਸਰ, ਥਰਮਲ ਦੀ ਗੱਲ ਹੋ ਰਹੀ ਹੈ, ਉਹ ਚਲਾਉਣ ਦੀ ਔਰ ਬੰਦ ਕਰਨ ਦੀ। 31 ਦਸੰਬਰ 2016 ਜਦੋਂ ਐਸਏਡੀ ਦੀ ਗਵਰਨਮੈਂਟ ਸੀ ਜੈਂਟਲਮੈਨ, ਉਦੋਂ ਇਹ ਥਰਮਲ ਬੰਦ ਕੀਤਾ ਗਿਆ। ਪਹਿਲੀ ਗੱਲ, ਇਹ ਥਰਮਲ ਬੰਦ ਕਰਨ ਦੀ ਸਰ ਜ਼ਰੂਰਤ ਕਿਉਂ ਪਈ? ਦਾ ਰੀਜ਼ਨ ਵਾਸ, ਪਲੀਜ਼ ਮੈਂ ਕੁਐਸਚਨ ਪੂਰਾ ਕਰਨਾ ਸਰ। ਰੀਜ਼ਨ ਵਾਸ ਕਿ ਜਿਹੜੀ ਐਕਸਟਰਾ ਜਨਰੇਸ਼ਨ ਕੀਤੀ ਜਾ ਰਹੀ ਹੈ, ਪ੍ਰਾਈਵੇਟ ਆਰਗੇਨਾਈਜੇਸ਼ਨਸ ਨੂੰ ਜ਼ਿਆਦਾ ਟਾਈ ਅਪਸ ਦਿੱਤੇ ਗਏ, ਔਰ ਪੰਜਾਬ ਦੇ ਅੰਦਰ ਤੁਸੀਂ ਦੇਖੋ 3800 ਮੈਗਾਵਾਟਸ ਯੂਨਿਟ ਪ੍ਰਾਈਵੇਟ ਯੂਨਿਟ ਜਨਰੇਟ ਕਰ ਰਹੇ। ਤੁਹਾਡੇ ਸਰਕਾਰੀ ਪਲਾਂਟਸ ਤਾਂ ਬੰਦ ਪਏ ਸਭ। ਕੋਈ ਐਗਰੀਮੈਂਟ ਦਾ ਐਸਏਡੀ ਬੀਜੇਪੀ ਦੇ ਟਾਈਮ ਦੇ ਅੰਦਰ ਹੋਈ ਸੀ? ਪਲੀਜ਼ ਦੇਖੋ, ਮੈਂ ਦੱਸਦਾ, ਜਿਹੜੇ 6 ਮਹੀਨੇ ਹੁੰਦੇ ਆ ਗਰਮੀਆਂ ਦੇ, ਉਦੋਂ ਸਿਰੇ ਤੇ ਮੰਗ ਚਲੀ ਜਾਂਦੀ ਆ ਆਪਣੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੁਸੀਂ ਭੁੱਲ ਜਾਂਦੇ ਆ ਕਈ ਵਾਰੀ, ਬਠਿੰਡੇ ਸ਼ਹਿਰ ਦੇ ਵਿੱਚ ਹੀ ਲੈ ਲਓ, ਸਰੂਪ ਦਾ ਕਿੱਤਾ ਸੀ ਜਨਰੇਟਰ ਬਣਾਉਣਾ ਸੀ, ਤੇ ਇਹਦਾ ਕਾਰੋਬਾਰ ਵੀ ਖਤਮ ਕਰਤਾ ਸਾਰਾ ਜਨਰੇਟਰਾਂ ਵਾਲਾ। ਸਾਡਾ ਨਿਸ਼ਾਨਾ ਸੀ ਕਿ ਲੋਕਾਂ ਨੂੰ 24 ਘੰਟੇ ਬਿਜਲੀ ਦੇਵਾਂਗੇ, ਬਿਜਲੀ ਪੰਜਾਬ 'ਚ ਬੰਦ ਨਹੀਂ ਹੋਣ ਦੇਵਾਂਗੇ। ਉਹਦੇ ਕਰਕੇ ਪ੍ਰਾਈਵੇਟ ਥਰਮਲ ਵੀ ਲਾਏ ਸੀ, ਸਰਕਾਰੀ ਵੀ ਚਲਾਉਂਦੇ ਸੀ, ਦੋਨੇ ਚਲਾਉਂਦੇ ਸੀ। ਦੋਨਾਂ ਨੂੰ ਵੀ ਚਲਾ ਕੇ ਲੋਕਾਂ ਦੀ ਮੰਗ ਪੂਰੀ ਮਸਾਂ ਹੁੰਦੀ ਸੀ। ਸਾਡਾ ਮਸਲਾ ਸੀ ਕਿ ਕੱਟ ਨਹੀਂ ਲੱਗਣੇ ਚਾਹੀਦੇ, ਨਹੀਂ ਤਾਂ 12-12 ਘੰਟੇ ਕੱਟ ਲੱਗਦੇ ਸੀ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ। ਟੂਬਵੈਲਾਂ ਨੂੰ ਕਦੇ 5 ਘੰਟੇ, ਕਦੇ 4 ਘੰਟੇ, ਕਦੇ ਵੱਧ ਤੋਂ ਵੱਧ ਜ਼ੋਰ ਲਾ ਕੇ ਅਸੀਂ 6 ਘੰਟੇ ਬਿਜਲੀ ਦੇ ਸਕਦੇ ਸੀ। ਸੋ ਉਸ ਕਰਕੇ ਬਿਜਲੀ ਵਾਧੂ ਗਰਮੀਆਂ ਦੇ ਵਿੱਚ ਸਾਨੂੰ ਸਰਪਲਸ ਬਣਾਉਣੀ ਪੈਂਦੀ ਹੈ। ਸਿਆਲ ਦੇ ਵਿੱਚ ਤਾਂ ਬਿਜਲੀ ਸਾਡੇ ਕੋਲ ਸਾਰੀ ਵਾਧੂ ਹੁੰਦੀ ਹੈ, ਸਿਆਲ 'ਚ ਇੰਨੀ ਮੰਗ ਹੀ ਨਹੀਂ ਹੁੰਦੀ ਪੰਜਾਬ ਦੇ ਵਿੱਚ। ਸੋ ਇਸ ਕਰਕੇ ਪ੍ਰਾਈਵੇਟ ਥਰਮਲਾਂ ਦਾ, ਨਾਲੇ ਹਰ ਚੀਜ਼ ਨੂੰ ਸਮੇਂ ਦੇ ਨਾਲ ਲੋੜਾਂ ਬਿਜਲੀ ਦੀਆਂ ਵੱਧਦੀਆਂ ਨੇ, ਤੇ ਵੱਧਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਨਵੀਂ ਬਿਜਲੀ ਵੀ ਪੈਦਾ ਕਰਨੀ ਪੈਂਦੀ ਹੈ। ਬਿਜਲੀ ਮੈਂ ਤਾਂ ਕਹਿੰਦਾ ਵੀ ਇਹ ਇਸ ਗੱਲ ਦੀ ਵੀ ਗਲਤ ਗੱਲ ਕਰਦੇ ਵੀ ਮਹਿੰਗੀ ਪੈਂਦੀ ਹੈ। ਥਰਮਲਾਂ 'ਚ ਤਾਂ ਮਹਿੰਗੀ ਪੈਂਦੀ ਸੀ ਸਰਕਾਰੀਆਂ ਦੀ, ਇਹ ਬੰਦ ਕਰ ਰੱਖਦੇ ਆ, ਫਿਰ ਤਾਂ ਮਹਿੰਗੀ ਪਊਗੀ। ਜੇ ਬੰਦ ਕਰੋਗੇ 3 ਮਹੀਨੇ ਚਲਾਓਗੇ ਤੇ 9 ਮਹੀਨੇ ਬੰਦ ਰੱਖੋਗੇ, ਜੇ ਉਹਦੀ ਕੈਲਕੂਲੇਟ ਕਰੋਗੇ ਫਿਰ ਤਾਂ ਮਹਿੰਗੀ ਪਏਗੀ। ਪਰ ਮਹਿੰਗੀ ਕੋਈ ਵੀ ਨਹੀਂ ਪੈਂਦੀ। 3 ਰੁਪਏ 20 ਪੈਸੇ 15 ਪੈਸੇ ਇਹਨਾਂ ਨੂੰ ਉਹਨਾਂ ਤੋਂ ਪੈਂਦੀ ਹੈ, ਪ੍ਰਾਈਵੇਟ ਵਾਲਿਆਂ ਤੋਂ। ਆਪਦੇ ਵਾਲੀ ਚੱਲ ਜੇ ਤਾਂ 8-9 ਕਹਿੰਦੇ ਆ, ਮੈਂ ਕਹਿੰਦਾ ਵੱਧ ਤੋਂ ਵੱਧ ਅਸੀਂ ਇੰਜੀਨੀਅਰਾਂ ਨੂੰ ਪੁੱਛੋ, ਕਹਿੰਦੇ 4 ਪੈਂਦੀ ਹੈ ਵੱਧ ਤੋਂ ਵੱਧ, ਜ਼ਿਆਦਾ ਤੋਂ ਜ਼ਿਆਦਾ 4 ਉਹ ਲਾ ਲਓ, 3 ਰੁਪਏ 20-25 ਪੈਸੇ ਉਹ ਲਾ ਲਓ। ਫਿਰ ਇਹ ਕਹਿੰਦੇ ਸਾਨੂੰ ਬਾਹਰੋਂ 2 ਰੁਪਏ 35-30 ਪੈਸੇ ਮਿਲ ਜਾਂਦੀ ਆ, ਉਹ ਵੀ ਇਹਨਾਂ ਦੀ ਗੱਲ ਮੰਨ ਲਓ ਆਪਾਂ। ਭਾਖੜਾ ਤੋਂ 12 ਪੈਸੇ ਮਿਲ ਜਾਂਦੀ ਆ, ਆਪਾਂ ਉਹ ਲਾ ਲਓ ਵਿੱਚ। ਕੁੱਲ ਮਿਲਾ ਕੇ ਜਿਹੜੀ ਸਾਰੀ ਜੇ ਆਪਾਂ ਜੋੜ ਲਾਂਗੇ ਟੋਟਲ 2 ਰੁਪਏ ਯੂਨਿਟ ਬਿਜਲੀ ਪੈਂਦੀ ਹੈ ਇਹਨਾਂ ਨੂੰ। ਤੇ 10 ਰੁਪਏ ਕਾਹਦਾ ਵੇਚਦੇ ਆ? ਕੋਈ ਵਪਾਰੀ ਵੀ ਜੇ ਕੋਈ ਚੀਜ਼ ਵੇਚੇ, ਉਹ ਵੀ 1 ਰੁਪਏ ਦੀ ਲਿਆ ਕੇ 1 ਰੁਪਏ 20 ਪੈਸੇ ਦੀ, 10 ਰੁਪਏ ਦੀ, 1 ਰੁਪਏ 10 ਪੈਸਿਆਂ ਦੀ, 20 ਪੈਸਿਆਂ ਦੀ ਦੇ ਦਿੰਦਾ, 10 ਜਾਂ 20% ਮੁਨਾਫਾ ਲੈਂਦਾ। ਇਹ ਪਹਿਲੀ ਸਰਕਾਰ ਹੈ ਜਿਹੜੀ ਕਿ ਲੋਕ ਹਿੱਤ ਦੀ ਸੇਵਾ ਹੈ। ਇਹ ਬਿਜਲੀ ਤਾਂ ਜ਼ਰੂਰੀ ਹੈ, ਇਹ ਤਾਂ ਦੇਣੀ ਪੈਣੀ ਹੈ ਹਰੇਕ ਨੂੰ। ਐਜੂਕੇਸ਼ਨ, ਹੈਲਥ ਤੇ ਬਿਜਲੀ ਇਹ ਜ਼ਰੂਰੀ ਸੇਵਾਵਾਂ ਨੇ, ਇੱਥੋਂ ਮੁਨਾਫਾ ਨਹੀਂ ਕਮਾਇਆ ਜਾ ਸਕਦਾ। ਤੇ ਸਰਕਾਰ 10 ਰੁਪਏ ਯੂਨਿਟ ਦਿੰਦੀ ਹੈ, ਇਹ ਕਿੱਥੋਂ ਦਾ ਕੰਮ ਹੈ? ਐਡਾ ਵੱਡਾ ਮੁਨਾਫਾ ਤਾਂ ਕੋਈ ਦੁਨੀਆ 'ਚ ਅੱਜ ਤਾਈਂ ਵਪਾਰੀ ਮੈਂ ਤਾਂ ਕਮਾਉਂਦਾ ਹੀ ਨਹੀਂ ਵੇਖਿਆ ਜਿਹੜਾ ਪੰਜਾਬ ਸਰਕਾਰ ਕਮਾ ਰਹੀ ਹੈ। ਨਾਲ ਸਾਡੇ ਹਰਿਆਣਾ ਹੈ, ਹਿਮਾਚਲ ਹੈ, ਰਾਜਸਥਾਨ ਹੈ, ਉੱਥੇ 5 ਰੁਪਏ ਯੂਨਿਟ ਬਿਜਲੀ ਹੈ, ਇੱਥੇ 10 ਰੁਪਏ ਹੈ। ਕੀ ਗੱਲ ਐਡਾ ਕਾਹਦੇ ਤੇ ਪੈਸੇ ਹੀ ਇਹਨਾਂ ਨੇ ਸਾਰਾ ਇੱਥੇ ਤੋਂ ਕਮਾਉਣਾ ਸ਼ੁਰੂ ਕਰ ਲਿਆ ਬਿਜਲੀ। ਤੁਹਾਡੀ ਸਰਕਾਰ ਵੇਲੇ ਵੀ 8 ਰੁਪਏ ਯੂਨਿਟ ਸੀ। ਬਿਲਕੁਲ ਨਹੀਂ ਸੀ, ਸਾਰੇ ਕਾਗਜ਼ ਹੁਣ ਕਢਾ ਕੇ ਲਿਆਓ, ਤੜਕੇ ਮੈਂ ਫੇਰ ਆ ਜਾਊਂਗਾ। 5 ਰੁਪਏ 10-15 ਪੈਸੇ ਯੂਨਿਟ ਤੁਸੀਂ ਕਢਾ ਲਿਓ। 8 ਰੁਪਏ ਕਾਂਗਰਸ ਪਾਰਟੀ 'ਚ ਤੁਸੀਂ ਹੋ, ਤੇ ਹੁਣ ਤੁਸੀਂ ਆ ਮੁੱਦਾ ਚੱਕਿਆ ਵੀ ਥਰਮਲ ਵਾਲਾ ਜਾਂ ਨੌਕਰੀਆਂ, ਇਸ ਤੋਂ ਬਾਅਦ ਫਿਰ ਤੁਸੀਂ ਕੀ ਹੋਇਆ? ਜਿਹੜੇ ਮੁੱਦੇ ਕੈਂਸਲ ਕੀਤਾ ਕੀ ਆਇਆ ਜੀ? ਕੋਈ ਕਾਨਫਰੰਸ ਨਹੀਂ ਕੀਤੀ ਜਾਊਗੀ, ਕੋਈ ਧਰਨੇ ਮੁਜ਼ਾਹਰੇ ਨਹੀਂ ਕੀਤੇ ਜਾਣਗੇ, ਕਿਤੇ ਵੱਡੀਆਂ ਪਾਰਟੀਆਂ ਨਹੀਂ ਕੀਤੀਆਂ ਜਾਣਗੀਆਂ। ਉਹ ਸਾਰਾ ਪ੍ਰੋਗਰਾਮ ਸਰਕਾਰ ਨੇ ਬੇਨਤੀ ਕੀਤੀ ਹੈ, ਉਹਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਸਰਕਾਰ ਸਾਨੂੰ ਕਿਸੇ ਗੱਲ ਤੋਂ ਆਖੇ ਵੀ ਇਹ ਸਾਡੇ ਸਹਿਯੋਗ ਨਹੀਂ ਦਿੰਦੇ, ਕਰੋਨਾ ਤਾਂ ਵਧ ਰਿਹਾ। ਇਹ ਤਾਂ ਨਹੀਂ ਵੀ ਜੇ ਲੋਕਾਂ ਦੇ ਭਗਦੇ ਮੁੱਦੇ ਖੜੇ ਆ, ਇੱਕ ਪਾਸੇ ਸਰਕਾਰ ਪੁੱਠੇ ਕੰਮ ਕਰਨ ਲੱਗ ਜੇ ਤੇ ਅਸੀਂ ਬੋਲੀਏ ਵੀ ਨਾ। ਬੋਲਣ ਦਾ ਅਧਿਕਾਰ ਤਾਂ ਹੋਇਆ ਨਹੀਂ ਸਾਥੋਂ, ਤਾਂ 5 ਦੀ ਬਜਾਏ ਵੀ 3 ਹੀ ਬੈਠੇ ਆ। ਪ੍ਰੈਸ ਕਾਨਫਰੰਸ ਵੀ ਕਹਿੰਦੇ ਡੀਸੀ ਤੋਂ ਆਗਿਆ ਲੈ ਕੇ ਕਰਨੀ ਚਾਹੀਦੀ। ਨਹੀਂ, ਪ੍ਰੈਸ ਕਾਨਫਰੰਸ ਇੰਨੀਆਂ ਜੇ ਆਗਿਆ ਲੈ ਤਾਂ ਦੇਣੀ ਨਹੀਂ, ਫਿਰ ਕਿਸੇ ਨੇ ਆਗਿਆ ਸਰਕਾਰ ਵਿਰੋਧੀ ਆਗਿਆ ਤਾਂ ਲੈਣੀ ਹੈ ਜੇ 5 ਤੋਂ ਜ਼ਿਆਦਾ ਇਕੱਠ ਕਰਦੇ ਆ, ਇਕੱਠ ਕਰਨਾ। ਠੀਕ ਹੈ ਨਾ ਜੀ, ਇਹ ਡੈਮੋਕ੍ਰੇਸੀ ਦੇ ਵਿੱਚ ਸਾਡਾ ਹੱਕ ਹੈ। 3 ਬੈਠੇ ਆ, 5 ਤਾਂ ਉਹਨਾਂ ਦੀ ਲੋੜ ਹੀ ਨਹੀਂ, 144 ਪੰਜਾਂ ਤੇ ਲਾਗੂ ਹੁੰਦੀ ਹੈ, ਅਸੀਂ ਤਾਂ 3 ਹੀ ਬੈਠੇ ਆ।
ਜਿੰਨੇ ਵੀ ਚੇਅਰਮੈਨ ਦੀਆਂ ਨਿਯੁਕਤੀਆਂ ਹੋਈਆਂ ਜੀ ਹੁਣ ਕਾਂਗਰਸ ਵੇਲੇ ਦੀਆਂ ਜਿਨ੍ਹਾਂ ਦੀਆਂ ਤਾਜਪੋਸ਼ੀਆਂ ਉੱਤੇ ਮੇਰੇ ਖਿਆਲ 500 ਬੰਦਾ ਇਕੱਠ ਹੁੰਦਾ ਤੇ ਉੱਥੇ ਆਪਣੇ ਅਕਾਲੀ ਕਿਉਂ ਨਹੀਂ ਹਾਈਲਾਈਟ ਕਰਦੇ ਜੀ? ਅਣਪਛਾਤੇ ਆ ਨਾ ਜੀ, ਗੱਲ ਛੋਟੀ ਚ ਬਹੁਤ ਵਜਨ ਹੈ। ਦੇਖੋ ਸਾਰੀਆਂ ਗੱਲਾਂ ਸਾਡੇ ਤੇ ਨਾ ਸਿੱਟੋ, ਤੁਸੀਂ ਵੀ ਛਾਪਿਆ ਕਰੋ। ਅਸੀਂ ਤਾਂ ਛਾਪੀ ਹੈ ਜੀ, ਮੇਰੀ ਤਾਂ ਛੋਟੀ ਛਾਪੀ ਕੀ ਛੋਟੀ ਛਾਪੀ ਕੀ ਸਾਡੇ ਇਹੋ ਜਿਹੇ ਗੱਲਾਂ ਤੇ ਸਾਡੇ ਤਾਂ ਬਿਨਾਂ ਪਿੱਛੋਂ ਲਾ ਦਿਆ ਕਰੋ। ਦੇਖੋ ਮੈਂ ਤਾਂ ਹੈਰਾਨ ਹੈ ਕਿ ਕੈਪਟਨ ਸਾਹਿਬ ਤੇ ਐਮਐਲਏ ਸਾਰੇ ਅਣਪਛਾਤੇ ਹੋ ਗਏ। ਹਾਲਾਤ ਇਹ ਪੰਜਾਬ ਦੇ ਬਣੇ ਪਏ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਮਿਲਦੇ ਤਾਂ ਕਿਸੇ ਨੂੰ ਹੈ ਨਹੀਂ। 3-4 ਮਹੀਨੇ ਹੋਰ ਨਾ ਨਿਕਲੇ ਅੰਦਰੋਂ ਤਾਂ ਮੈਨੂੰ ਲੱਗਦਾ ਮੰਤਰੀ ਵੀ ਅਣਪਛਾਤੇ ਹੋ ਜਾਣਗੇ। ਐਮਐਲਏ ਅੰਦਰ ਨਹੀਂ ਜਾ ਸਕਦਾ, ਮੁੱਖ ਮੰਤਰੀ ਬਾਹਰ ਨਹੀਂ ਆਉਂਦਾ ਤੇ ਅਣਪਛਾਤੇ ਹੀ ਹੋਣੇ। ਤੁਸੀਂ ਇੱਥੇ ਹੀ ਉਦਾਹਰਨ ਲੈ ਲਓ, ਸਰੂਪੁਰਾਂ ਤੇ ਪਰਚਾ ਦੇ ਤਾਂ ਥਰਮਲ ਚ ਮਜ਼ਾਰਾ ਕਰ ਗਏ। ਆਪ ਵਾਲਿਆਂ ਤੇ ਕਿਹਨੇ ਦਿੱਤਾ? ਆਪ ਵਾਲੇ ਸਾਡੇ ਨਾਲ ਤਾਂ ਦੁੱਗਣੇ ਸੀਗੇ, ਉਹਨਾਂ ਦੇ ਵੀ ਕੀਤੇ। ਫਿਰ ਆਪ ਵਾਲੇ ਗੁੱਸੇ ਹੋ ਜਾਂਦੇ ਆ ਸਾਡੇ ਨਾਲ ਜੇ ਅਸੀਂ ਕਹਿ ਦਿੰਦੇ ਆ ਕਿ ਇਹ ਤਾਂ ਜੀ ਇੱਕੋ ਹੀ ਆ ਦੋਨੇ। ਨਹੀਂ ਮੈਂ ਇੱਕ ਹੋਰ ਫਿਰ ਉਹ ਗੁੱਸੇ ਹੁੰਦੇ ਆ ਸਾਡੇ ਤੇ। ਹੋਰ ਤੁਹਾਡੇ ਨਾਲ ਕੀ ਲਿਆ ਜਾ? ਤੁਹਾਡੇ ਤੇ ਕਿਹੜੀ ਪਰਚਾ ਦਿੰਦੇ? ਸਾਡੇ ਤੇ ਕਿਉਂ ਹੋਰ ਕਹਿਣੀ ਚਾਹੁੰਦਾ। ਚਲੋ ਸਰੂਪ ਜੀ ਹੋਰਾਂ ਤੇ ਪਰਚਾ ਦੇਤਾ, ਅਸੀਂ ਸਕੂਲ ਇਸ਼ੂਜ਼ ਦੇ ਫੀਸ ਦੇ ਇਸ਼ੂ ਨੂੰ ਲੈ ਕੇ ਗਏ, ਸਾਡੇ ਤੇ ਪਰਚਾ ਦੇਤਾ। ਇਹਨਾਂ ਨੇ ਇੱਕ ਮੁਜ਼ਾਹਰੇ ਕੀਤੇ ਸੀ ਇੱਥੇ ਸੈਂਟਰ ਦੀ ਸਰਕਾਰ ਦੇ ਖਿਲਾਫ। ਉਹ ਗਧੇ ਰੇੜੇ ਲੈ ਕੇ 100 ਬੰਦਾ ਚੜਿਆ ਸੀ ਉਹਦੇ ਤੇ ਗਧੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਇਹਨਾਂ ਤੋਂ। 100 ਕਾਂਗਰਸੀ, ਇੱਕ ਵਿਚਾਰਾ ਗਧਾ ਉੱਥੇ, ਯਾਰ ਉਹਨੂੰ ਕਰੋਨਾ ਹੋ ਜਾਏ ਉਹਦਾ ਕੌਣ ਜ਼ਿੰਮੇਵਾਰ ਹੈ? ਮੈਂ ਸਿੱਧਾ ਮੇਨਕਾ ਗਾਂਧੀ ਨੂੰ ਮੈਂ ਤਾਂ ਲਿਖ ਕੇ ਭੇਜਣ ਲੱਗਿਆ ਇਹਨਾਂ ਦੇ ਖਿਲਾਫ। ਉਹ ਬੇਜ਼ਬਾਨ ਜਾਨਵਰ ਹੈ ਜੀ, ਉਹ ਬੋਲ ਨਹੀਂ ਸਕਦਾ, ਇਹਦਾ ਮਤਲਬ ਇਹ ਤਾਂ ਨਹੀਂ ਵੀ ਵਿਚਾਰੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਇੱਥੇ ਤਾਂ ਬੰਦਿਆਂ ਨੂੰ ਖਤਰਾ ਹੋਇਆ ਪਿਆ ਕਾਂਗਰਸੀਆਂ ਦਾ, ਉਹ ਤਾਂ ਜਾਨਵਰ ਹੈ ਵਿਚਾਰਾ। ਦੇਖੋ ਮੁੱਖ ਮੰਤਰੀ ਤਾਂ ਮਿਲਦੇ ਨਹੀਂ, ਕਹਿੰਦੇ ਮੈਨੂੰ ਡਰ ਲੱਗਦਾ ਵੀ ਕਰੋਨਾ ਨਾ ਹੋ ਜਾਏ। ਤੇ ਕਾਂਗਰਸੀਆਂ ਨੂੰ ਕੋਈ ਡਰ ਨਹੀਂ ਲੱਗਦਾ? 200 300 ਇਕੱਠਾ ਹੋ ਜਾਂਦੇ, ਚੇਅਰਮੈਨ ਨੂੰ ਹਟਾਉਣਾ ਹੋਵੇ, ਚਾਹੇ ਮੁਜ਼ਾਹਰਾ ਕਰਨਾ ਹੋਵੇ ਸੈਂਟਰ ਦੇ ਖਿਲਾਫ ਜਾਂ ਕੁਝ, ਉੱਥੇ ਇਕੱਠੇ ਹੋ ਜਾਂਦੇ ਆ। ਇਹਨਾਂ ਨੂੰ ਫਿਰ ਇਹ ਧੱਜੀਆਂ ਉਡਾਈ ਜਾਂਦੇ ਆਪ ਦੇ ਸਾਰੇ ਦੂਜਿਆਂ ਦੇ ਕਾਨੂੰਨ ਲਾਗੂ। ਅੱਛਾ, ਦੋਨੋਂ ਮਸਲੇ ਮਲੂਕਾ ਸਾਹਿਬ ਦੇ ਅੰਕਲ ਨੇ ਰੇਜ਼ ਕੀਤੇ ਹੈ, ਉਹ ਦੋਨੋਂ ਮਸਲੇ ਰਿਲੇਟਡ ਹੈ ਮਨਪ੍ਰੀਤ ਸਿੰਘ ਬਾਦਲ ਦੇ। ਇੱਕ ਤਾਂ ਬਤੌਰ ਹਲਕਾ ਐਮਐਲਏ ਉਹਨੇ ਮੈਨੀਫੈਸਟੋ ਜਾਰੀ ਕੀਤਾ ਸੀ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਥਰਮਲ ਪਲਾਂਟ ਦੀ। ਦੂਜਾ ਜਿਹੜਾ ਇਸ਼ੂ ਨੌਕਰੀਆਂ ਦਾ ਹੈ, ਉਹ ਐਸ ਚੇਅਰਮੈਨ ਮੈਨੀਫੈਸਟੋ ਕਮੇਟੀ ਮਨਪ੍ਰੀਤ ਸਿੰਘ ਬਾਦਲ ਨੇ ਮੈਨੀਫੈਸਟੋ ਬਣਾਇਆ ਸੀ ਪੰਜਾਬ 'ਚ ਕਾਂਗਰਸ ਦਾ ਇਲੈਕਸ਼ਨ ਤੋਂ ਪਹਿਲਾਂ। ਘਰ ਘਰ ਨੌਕਰੀ ਦੇਵਾਂਗੇ, ਮੈਂ ਮੈਨੀਫੈਸਟੋ ਨਾਲ ਲੈ ਕੇ ਆਇਆ ਉਹਨਾਂ ਦਾ। ਇਸੇ ਸਫੇ ਤੇ ਲਿਖਿਆ ਜਿਹੜੇ ਮੈਂ ਹਾਈਲਾਈਟ ਕੀਤੇ ਉਦੋਂ। 1 ਜੌਬ ਇਨ ਐਵਰੀ ਹਾਊਸ ਹੋਲਡ ਤੇ 2500 ਰੁਪਇਆ ਬੇਰੋਜ਼ਗਾਰੀ ਭੱਤਾ ਦੇਵਾਂਗੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ। ਤੇ 52 ਲੱਖ ਹਾਊਸ ਹੋਲਡ ਹੈ 2011 ਦੇ ਸੈਂਸਸ ਦੇ ਹਿਸਾਬ ਨਾਲ। ਤੇ ਹੁਣ ਤੱਕ ਤਾਂ ਫਿਰ 52 ਲੱਖ ਦੇ ਹਿਸਾਬ ਨਾਲ ਜੇ ਤੁਸੀਂ ਨੌਕਰੀਆਂ ਗਿਣਨ ਲੱਗੋ ਤਾਂ ਹਰ ਰੋਜ਼ ਇਹਨਾਂ ਨੂੰ 2739 ਨੌਕਰੀਆਂ ਇੱਕ ਦਿਨ ਦੀਆਂ ਬਣਦੀਆਂ। ਤੇ ਇਹ ਤਾਂ ਫੋਨ ਤੇ ਹੋ ਗਏ ਆ। ਦੇਣੀ ਤਾਂ ਕਿਸੇ ਨੂੰ ਕੀ ਹੈ? ਬੇਰੋਜ਼ਗਾਰੀ ਭੱਤਾ ਹੈ 2500 ਰੁਪਇਆ ਮਹੀਨਾ ਹੈ। 52 ਲੱਖ ਹਾਊਸ ਹੋਲਡ ਜੇ ਇੱਕ ਨੌਜਵਾਨ ਨੂੰ ਵੀ ਦੇਣ 1250 ਕਰੋੜ ਰੁਪਇਆ ਬਣਦਾ ਇੱਕ ਮਹੀਨੇ ਦਾ। 1250 ਕਰੋੜ 42 ਮਹੀਨੇ ਸਰਕਾਰ ਬਣੀ ਨੂੰ ਹੋ ਗਏ। 55000 ਕਰੋੜ ਰੁਪਇਆ ਨੌਜਵਾਨਾਂ ਦਾ ਖਾਈ ਬੈਠੇ, ਉਹ ਕੌਣ ਦੇਊਗਾ? ਮਨਪ੍ਰੀਤ ਸਿੰਘ ਬਾਦਲ ਇਜ਼ ਅ ਮਾਸਟਰ ਆਫ ਡਬਲ ਸਪੀਚ। ਦੋ ਚਿਹਰੇ ਹੈ ਇਹਦੇ, ਲੋਕਾਂ ਨੂੰ ਦਿਖਾਉਣ ਨੂੰ ਹੋਰ ਤੇ ਅਸਲੀ ਚਿਹਰਾ ਹੋਰ। ਧੋਖਾ ਫਰੇਬ ਹਰ ਗੱਲ ਦੇ ਵਿੱਚ, ਡਿਸੀਟ, ਹਿਪੋਕ੍ਰੇਸੀ। ਇੱਥੇ ਖੜ ਕੇ ਉਦੋਂ ਅੱਖਾਂ ਚੋਂ ਇੰਜੂ ਨਿਕਲਦੇ ਸੀ ਜਦੋਂ ਥਰਮਲ ਦਾ ਰੌਲਾ ਪਾਉਂਦੇ ਸੀ, ਤੇ ਹੁਣ ਕੀ ਹੋ ਗਿਆ? ਨਹੀਂ, ਇੱਕ ਹੋਰ ਇਹ ਲਾਇਆ ਸੀ ਲਾਰਾ ਇਹਨਾਂ ਦੀ ਗੱਲ ਕਿ ਮੈਂ ਇੱਕ ਫੈਕਟਰੀ 1 ਮਹੀਨੇ 'ਚ ਲਿਆਇਆ ਕਰੂੰਗਾ। ਅੱਜ 42 ਮਹੀਨੇ ਹੋ ਗਏ ਬਠਿੰਡੇ ਸਰਕਾਰ ਬਣੀ ਨੂੰ, ਤੇ 42 ਫੈਕਟਰੀਆਂ ਆ ਗਈਆਂ। ਤੁਸੀਂ ਦੱਸ ਦਿਓ ਇੱਕ ਮਿੰਟ ਜੀ, ਤੇ ਫਿਰ ਹਰ ਗੱਲ ਦਾ ਝੂਠ ਹੈ, ਫਿਰ ਕੀ ਕਰੋਗੇ ਬੰਦੇ? ਇੱਕੋ ਮਿੰਟ ਦੀ ਨਾ ਇੱਕ ਆਡੀਓ ਸੁਣੀ ਤੁਸੀਂ ਸਾਰਿਆਂ ਨੇ, ਹੁਣੇ ਸਾਰਾ ਸਾਡੀ ਤਸੱਲੀ ਵਾਸਤੇ ਇੱਕ ਵਾਰੀ ਫੇਰ ਸੁਣ ਲਓ ਤੁਸੀਂ। ਪਤਾ ਜੀ ਸੁਣੀਏ ਜੀ। ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਉਂਗਲ ਮਾਰ ਦੋ ਬਲੈਟ ਕੁਝ सबसे पहले तो हमने ये अपना एक टारगेट फिक्स किया है कि हर महीने एक बिग टिकट इन्वेस्टमेंट जो है पंजाब में हम लेते हैं। और बिग टिकट का मतलब है 2, 3, 4, 5, 10, 15, 20 हज़ार करोड़ का हर महीने ये टारगेट बना है। और ये अपनी इंडस्ट्रियल डिपार्टमेंट होगी। सुन लीजिए गल, ਤੁਸੀਂ ਇਹ ਦੇਖੋ, ਸਭ ਤੋਂ ਵੱਡੀ ਗੱਲ ਹੈ ਧੂਆਂ ਚਿਮਨੀਆਂ ਚੋਂ ਤਾਂ ਕੀ ਕੱਢਣਾ, ਲੋਕਾਂ ਦਾ ਧੂਆਂ ਕੱਢਤਾ ਇੱਥੇ ਇਹਨੇ ਤੇ ਇਹਦੇ ਰਿਸ਼ਤੇਦਾਰ ਨੇ। ਹੁਣ ਰੌਲਾ ਕੀ ਹੈ ਜੀ? ਥਰਮਲ ਵੇਚਣਾ ਕਿਉਂ ਚਾਹੁੰਦੇ? ਮੈਂ 1 ਮਿੰਟ ਅੰਕਲ ਨੇ ਜਿਹੜੀ ਗੱਲ ਕੀਤੀ ਉਹਦੇ ਨਾਲ ਹੀ ਇੱਕ ਗੱਲ ਜੋੜਦਾ ਹੈ। ਇਹਨਾਂ ਦੀ ਡੈਨਮਾਰਕ ਦੀ ਕੰਪਨੀ ਸਰਵੇ ਕਰ ਗਈ ਆ ਕੇ। ਮੈਂ ਨਹੀਂ ਕਹਿ ਰਿਹਾ ਇਹ,
ਇਹ ਰਿਕਾਰਡ ਦਾ ਹਿੱਸਾ ਹੈ। ਨਾਲ ਉਹਦੇ ਚੰਨੀ ਹੈ ਉਸ ਕਮੇਟੀ ਤੇ ਰਾਣਾ ਗੁਰਜੀਤ ਹੈ। ਹੁਣ ਉਹ ਸਬ ਕਮੇਟੀ ਫੈਸਲਾ ਕਰਦੀ ਹੈ ਕਿ ਇੱਥੋਂ ਦਾ ਬੰਦ ਹੋਣਾ ਹੈ। ਇਹ ਮੈਂ ਇੱਕ ਲਾਈਨ ਤੁਹਾਨੂੰ ਜ਼ਰੂਰ ਪੜ੍ਹ ਕੇ ਦੱਸਣੀ ਚਾਹਣਾ ਇਸ ਖਬਰ ਚੋਂ ਸਾਰੀ ਚੋਂ, ਮੈਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਇਹ। ਉਹਦੇ 'ਚ ਇਹ ਲਿਖਿਆ ਉਹਨਾਂ ਨੇ, ਆਫਟਰ ਦਾ ਕੈਬਨਿਟ ਸਬ ਕਮੇਟੀ ਅਨਾਉਂਸਡ ਇਟਸ ਡਿਸੀਜਨ to shut the power plant in January 2018, the board of directors of PSPCL passed a proposal prepared by the engineers that advocated converting unit 4 into a biomass power plant. This was to use the paddy stubble for producing power. A team of engineers from Denmark was consulted, who paid various visits to the thermal plant and said the project was viable. The proposal was to be discussed by the cabinet, but on the insistence of a minister, our line sunn wali hai, on the insistence of a minister, the proposal was shelved. Kida interest si ki ithe na chale? हजारां एकड़ ਜ਼ਮੀਨ है ਜਿਹੜੀ, ਇਹ लैंड माफिया कौन चलाਉਂਦਾ ਇੱਥੇ? ਸਾਰੇ ਪੰਜਾਬ ਸਾਰੇ ਹਿੰਦੁਸਤਾਨ 'ਚ ਤਾਂ 2 ਟੈਕਸ ਹੀ ਹੈ ਨਾ, ਇੱਕ GST ਟੈਕਸ ਹੈ, ਇੱਕ ਵੈਟ ਦਾ ਟੈਕਸ ਹੈ। ਇੱਥੇ 3 ਟੈਕਸ ਦਿੰਦੇ ਆ ਲੋਕ। ਇੱਕ ਜੋ ਟੈਕਸ ਹੈ। लैंड माफिया लैंड शार्क्स ਜਿਹੜੇ ਹੈ ਇਸ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਸਾਰੀ ਜ਼ਮੀਨ ਹੜਪਣੀ ਹੈ। ਇੱਥੇ ਕੋਈ ਇਹ ਹੁਣ ਗੱਲ ਕਰਦੇ ਇੱਥੇ ਇੰਡਸਟਰੀਅਲ ਪਾਰਕ ਬਣਾਉਣ ਦਾ, ਰਾਜਪੁਰੇ ਬਣਿਆ, 에ਅਰਪੋਰਟ ਦੇ ਨਾਲ ਹੈ, ਨੈਸ਼ਨਲ ਹਾਈਵੇ ਦੇ ਉੱਤੇ ਹੈ, ਰੇਲਵੇ ਦੀ ਜੰਕਸ਼ਨ ਤੇ ਹੈ, ਉਹ ਤਾਂ ਅਜੇ ਖਾਲੀ ਪਿਆ। ਆਪਣਾ ਗਰੋਥ ਸੈਂਟਰ ਤੁਹਾਡਾ ਗਰੋਥ ਸੈਂਟਰ ਖਾਲੀ ਪਿਆ। ਕਿਹਨੇ ਆਉਣਾ ਇੱਥੇ? ਇੱਥੇ ਕਿਸੇ ਰਿਲਾਇੰਸ ਨੇ ਨਹੀਂ ਆਉਣਾ, ਇੱਥੇ ਕਿਸੇ ਟਾਟੇ ਨੇ ਨਹੀਂ ਆਉਣਾ, ਕਿਸੇ ਬਿਰਲੇ ਨੇ ਨਹੀਂ ਆਉਣਾ। ਇੱਥੇ ਚੱਲਣਾ ਜੋ SEZ ਤੇ ਇੱਕ ਇੰਚ ਲੋਕਾਂ ਦੀ ਜਿਹੜੀ ਜ਼ਮੀਨ ਹੈ ਇਹਨਾਂ ਨੇ ਹੜਪਣੀ ਹੈ। ਮੈਂ ਅੱਜ ਤੁਹਾਨੂੰ ਇਹ ਗੱਲ ਕਹਿ ਕੇ ਜਾ ਰਿਹਾ, ਮੇਰੀ ਗੱਲ ਯਾਦ ਰੱਖੋ। ਮੇਰੇ ਨਾਲੋਂ ਬਿਹਤਰ ਜਾਣਦੇ ਹੋ ਤੁਸੀਂ, ਬੋਲਦੇ ਨਹੀਂ, ਉਹ ਗੱਲ ਵੱਖਰੀ ਹੈ। ਜੋ ਟੈਕਸ ਵੀ ਲੱਗਣੇ ਆ, ਮਤਲਬ ਤੁਸੀਂ ਸਮਝ ਜੋ ਮੈਂ ਜੋ ਕਹਿਣਾ ਕਿ ਜੋ ਕਹਿਣਾ ਆਪਾਂ ਕਹਿ ਦਿੰਦੇ ਨਾ, ਜੋ ਬੰਦੇ ਇੱਥੇ ਆਏ ਉਹਨਾਂ ਦਾ ਜੀ ਆਇਆਂ ਨੂੰ। ਜੋ ਟੈਕਸ ਇੱਥੇ ਕਈ ਟੈਕਸ ਤਰ੍ਹਾਂ ਦੇ ਟੈਕਸ ਲੱਗਣੇ ਇੱਥੇ। ਐਵੇਂ ਨਾ ਤੁਸੀਂ ਗਲਤ ਪਾਸੇ ਲੈ ਜਾਓ। ਤੁਸੀਂ ਹੱਸਦੇ ਹੋ, ਵੇਖੋ ਤੁਹਾਡੇ ਮਨ 'ਚ ਵੀ ਗੱਲ ਹੋਰ ਹੈ। ਮਤਲਬ ਸਾਹਿਬ ਘਰ ਦੇ ਰੁਜ਼ਗਾਰ ਦੇਣ ਦੀ ਗੱਲ ਕੀਤੀ ਆ, ਪਰ ਇੱਕੋ ਪਰਿਵਾਰ ਦੇ 2 ਜੀਆਂ ਨੂੰ ਏਡੀ ਵੱਡੀ ਰੁਜ਼ਗਾਰ ਦਿੱਤਾ। ਘਰ ਵਾਲਾ DGP ਤੇ ਘਰ ਵਾਲੀ ਚੀਫ ਸੈਕਟਰੀ। ਨਹੀਂ ਦੇਖੋ, ਇਹੀ ਤਾਂ ਗੱਲਾਂ ਨੇ ਕਰਨ ਵਾਲੀਆਂ ਵੀ ਹਿਸਟਰੀ ਦੇ ਵਿੱਚ ਕਿ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਜਿਹੜੀਆਂ ਕਿ ਚੰਗੀਆਂ ਨਹੀਂ ਲੱਗਦੀਆਂ। ਕੁਛ ਨਾ ਕੁਛ ਰਵਾਇਤਾਂ ਬਣਾਉਣੀਆਂ ਚਾਹੀਦੀਆਂ ਹੁੰਦੀਆਂ ਨੇ। ਉਹ ਸਰਕਾਰ ਆ ਕਰੀ ਜਾਂਦੇ, ਕਿਉਂਕਿ ਸੁਣਨ ਵਾਲਾ ਕੋਈ ਨਹੀਂ। ਹੁਣ ਤਾਂ ਇਹਨਾਂ ਨੂੰ ਆ ਕੋਰਟ ਦਾ ਬਹਾਨਾ ਹੀ ਵਧੀਆ ਮਿਲ ਗਿਆ, ਕਿਉਂਕਿ ਨਾ ਤਾਂ ਕਿਸੇ ਨੂੰ ਮੁਜ਼ਾਹਰਾ ਕਰ ਦਿੰਦੇ ਆ, ਨਾ ਕਿਸੇ ਨੂੰ ਬੋਲਣ ਦਿੰਦੇ ਆ। ਜੇ ਕੋਈ ਬੋਲਦਾ ਉਹਨੂੰ ਫੜ ਕੇ ਪਰਚਾ ਦੇ ਕੇ ਅੰਦਰ ਕਰ ਦਿੰਦੇ ਆ। ਸੋ ਹਰ ਗੱਲ ਦੇ ਵਿੱਚ ਨੌਕਰੀਆਂ ਤਾਂ ਦਿੱਤੀਆਂ ਕਿਹੜੀਆਂ ਦਿੱਤੀਆਂ? ਜਿਹੜੀਆਂ ਨੌਕਰੀਆਂ 2 ਵੱਡੇ ਘਰਾਂ ਦਿੱਤੀਆਂ, ਇੱਕ ਤਾਂ ਬਿਆਸ ਦੇ ਪੋਥੇ ਨੂੰ ਦਿੱਤੀ ਹੈ। ਨੌਕਰੀ ਕਿਹਨੂੰ ਦੇਣੀ? ਨੌਕਰੀ ਤੇ ਕੋਈ ਦਿੱਤੀਆਂ ਹੋਵੇ ਆਪਸ ਪਤਾ ਲੱਗੇ, ਬਠਿੰਡੇ ਤੁਹਾਨੂੰ ਵੀ ਪਤਾ ਲੱਗੇ। ਮੇਰਾ ਮਤਲਬ ਨੌਕਰੀਆਂ ਤਾਂ ਖੋਹੀ ਜਾਂਦੇ ਆ, ਦੇਣ ਦੀ ਤਾਂ ਆਪਾਂ ਗੱਲ ਹੀ ਛੱਡੋ, ਤੇ ਖੋਹੀ ਜਾਂਦੇ ਆ। ਘਰ ਰੁਜ਼ਗਾਰ ਦੇਣ ਦੀ ਤਾਂ ਬਹੁਤ ਵੱਡੀ। ਅੱਛਾ, ਤੁਸੀਂ ਇਹ ਦੇਖੋ ਜੀ, ਵਾਟਰ ਰਿਸੋਰਸਿਸ ਜਿਹੜਾ ਡਿਪਾਰਟਮੈਂਟ ਜਿਹਨੂੰ ਇਹ ਰੀਸਟਰਕਚਰ ਕਰਨ ਦੀ ਗੱਲ ਕਰ ਰਹੇ ਆ, 24,260 ਇੰਪਲੋਈਜ਼ ਆ ਉਸ ਡਿਪਾਰਟਮੈਂਟ 'ਚ। 24,260 ਚੋਂ 8900 ਨੂੰ ਇਹ ਕੱਢ ਰਹੇ ਆ, ਪੋਸਟਾਂ ਅਬੋਲਿਸ਼ ਕਰ ਰਹੇ ਆ। ਤਕਰੀਬਨ 40% ਤੁਸੀਂ ਲਾ ਲਓ। ਤੇ ਕੀ ਇਹ ਸਰਕਾਰ ਤੋਂ ਤੁਸੀਂ ਆਸ ਰੱਖੋਗੇ? ਮਲੂਕਾ ਸਾਹਿਬ, ਇਸ ਮਸਲੇ ਤੇ ਪਾਰਟੀ ਵੱਲੋਂ ਕੋਈ ਹੋਰ ਮੁਲਾਜ਼ਮਾਂ ਦੇ ਹੱਕ ਕੋਈ ਵੱਡੇ ਸੰਘਰਸ਼ ਦਾ ਨਹੀਂ ਦੇਖੋ, ਕੱਢਣ ਤਾਂ ਅਸੀਂ ਦਿਆਂਗੇ। ਜੋ ਕੱਢਣਾ ਇਹ ਗਲਤ ਕੱਢਣਾ ਤਾਂ ਬਿਲਕੁਲ ਨੌਕਰੀ ਨਾ ਦਿੱਤੀ ਜਾਵੇ ਸਰਕਾਰ ਤੋਂ ਤਾਂ ਸਮਝ ਆਉਂਦੀ ਹੈ ਕਿ ਚਲ ਨਹੀਂ ਸਾਧਨ ਬਣੇ, ਸੋਰਸਿਸ ਨਹੀਂ ਬਣੇ, ਜਾਂ ਕਹਿ ਦਿਓ ਅਸੀਂ ਕਹਿ ਬੈਠੇ ਲੋਕ। ਪਰ ਲੱਗਿਆਂ ਨੂੰ ਕੱਢਣ ਦਾ ਤਾਂ ਮਤਲਬ ਜਿਹੜੇ ਇੰਨੇ ਚਿਰ ਦੇ ਲੱਗੇ ਆ, ਜਿਨ੍ਹਾਂ ਨੇ ਡੈਮ ਬਣਾਏ ਆ, ਇੰਨੇ ਵੱਡੇ ਬਣਾਏ ਆ, ਨਹਿਰਾਂ ਬਣਾਈਆਂ, ਇਰੀਗੇਸ਼ਨ ਮਹਿਕਮੇ ਦੇ ਕਿੰਨੇ ਵੱਡੇ ਕੰਮ ਕੀਤੇ ਆ, ਅੱਜ ਅਸੀਂ ਉਹਨਾਂ ਨੂੰ ਆਖਦੇ ਆ ਤੁਸੀਂ ਘਰਾਂ ਨੂੰ ਜਾਓ। ਇਹ ਤਾਂ ਗੱਲ ਚੰਗੀ ਨਹੀਂ ਹੈਗੀ। ਇਹ ਤਾਂ ਜਿਵੇਂ ਅੱਗੇ ਇੰਨਾ ਚਿਰ ਦਾ ਕੰਮ ਚੱਲੀ ਜਾਂਦਾ, ਕਿੰਨੀਆਂ ਸਰਕਾਰਾਂ ਲੰਘੀਆਂ, ਉਹ ਚਲਾਈ ਜਾਂਦੇ ਨੇ। ਸੋ ਮਹਿਕਮੇ ਨੂੰ ਮਰਜ ਕਰ ਦੇਣਾ ਤੇ ਕੰਮ ਤਾਂ ਨਹੀਂ ਘਟ ਗਿਆ ਮਹਿਕਮੇ ਦਾ। ਤੂੰ ਜਾਂ ਤਾਂ ਹੁਣੇ ਸਿੱਧੇ ਹੋ ਕੇ ਕਹਿਣ ਵੀ ਸਾਡਾ ਤਾਂ ਦਿਵਾਲਾ ਨਿਕਲਿਆ ਵਾ, ਸਾਡੇ ਕੋਲ ਤਾਂ ਪੈਸੇ ਹੈ ਨਹੀਂ ਦੇਣ ਦੇ। ਕਿਉਂ ਨਹੀਂ ਕਹਿੰਦੇ? ਜਦੋਂ ਗੱਲ ਚੱਲੂਗਾ ਕਿਉਂਕਿ ਪੈਸੇ ਤਾਂ ਬਹੁਤ ਆ ਸਾਡੇ ਕੋਲ। ਕਦੋਂ ਗੱਲ ਕਰ ਲਾਂਗੇ ਪੈਸੇ ਤਾਂ ਵਾਧੂ ਆ ਸਾਡੇ ਕੋਲ, ਵਾਧੂ ਪੈਸੇ ਹੈਗੇ, ਆਉਂਦੇ ਹੈ ਨਹੀਂ। ਕਿਤੇ ਸੜਕਾਂ ਟੁੱਟੀਆਂ ਪਈਆਂ, ਬੁਰਾ ਹਾਲ ਆ, ਨਾ ਕਿਤੇ ਪਿੰਡ 'ਚ ਲੱਗਦੀ ਆ, ਨਾ ਕਿਤੇ ਸ਼ਹਿਰ 'ਚ ਲੱਗਦੀ ਆ। ਹਾਹਾਕਾਰ ਮੱਚੀ ਪਈ। ਮੁਲਕਾ ਸਾਹਿਬ, ਸਰਕਾਰ ਜਨਰੇਟ ਕਰਨ ਦਾ ਜਿਹੜਾ ਇੱਕ ਬਣਾਇਆ ਇਹਨਾਂ ਨੇ, ਮੈਂ ਦੱਸਣਾ ਚਾਹੁੰਦਾ ਸੀਗਾ ਵੀ ਬਠਿੰਡੇ ਸ਼ਹਿਰ ਦੇ ਵਿੱਚ ਕਸੀਨੋ ਚੱਲ ਰਿਹਾ। ਬਿਲਕੁਲ ਅਮਰੀਕ ਸਿੰਘ ਰੋਡ ਦੇ ਉੱਤੇ ਤਰੱਕੀ ਆ ਫਿਰ ਤਾਂ ਬਠਿੰਡੇ ਢਾਬੇ ਦੇ ਕੋਲੇ। ਨਹੀਂ, ਜਾਂ ਕੈਨੇਡਾ ਚੱਲਦੇ ਆ ਜਾਂ ਬਠਿੰਡੇ ਕਸੀਨੋ ਚੱਲ ਰਿਹਾ ਹੈ। ਢੇਡ ਦੇ ਉੱਤੇ ਜੂਆ ਖੜਾਇਆ ਜਾ ਰਿਹਾ ਹੈ। ਸੈਂਟਰ ਵੀ ਨੇ ਜੀ, 5 ਮਸਾਜ ਸੈਂਟਰ ਬਠਿੰਡੇ ਦੇ ਵਿੱਚ ਖੁੱਲੇ ਆ, ਜਿੱਥੇ ਇਨਲੀਗਲ ਕੰਮ ਹੋ ਰਿਹਾ ਹੈ। ਇਹ ਤਾਂ ਚੰਡੀਗੜ੍ਹ 'ਚ ਵੀ ਹੈ। ਤੁਸੀਂ ਵਕਫ ਬੋਰਡ ਦੀ ਥਾਂ 'ਚ
ਵਕਫ ਬੋਰਡ ਦੀ ਥਾਂ 'ਚ ਪੀਰਖਾਨੇ ਦੇ ਸਾਹਮਣੇ 4 ਮੰਜ਼ਲੀ ਬਿਲਡਿੰਗ ਬਣੀ ਜਾ ਰਹੀ ਹੈ। ਕੋਈ CLU ਨਹੀਂ, ਕੋਈ ਨਕਸ਼ਾ ਪਾਸ ਨਹੀਂ, ਕਿਸੇ ਚੀਜ਼ ਨੂੰ ਕੋਈ ਪੁੱਛਣ ਵਾਲਾ ਨਹੀਂ। ਜਿੱਥੇ ਜੋ ਕੋਲ ਗ੍ਰੀਨ ਕਾਰਡ ਲੈ ਆਇਆ ਤੇ ਜਿੱਥੇ ਮਰਜ਼ੀ ਬਿਲਡਿੰਗ ਬਣਾ ਲਓ। ਤੇ ਜੇ ਕਿਸੇ ਛੋਟੇ ਜਿਹੇ ਬੰਦੇ ਨੇ ਕਮਰਾ ਪਾਉਣਾ, ਉੱਥੇ ਜਾ ਕੇ ਕਿਤੇ ਮਾੜਾ ਮੋਟਾ ਗੰਗਾ ਟਿੱਡਾ ਹੋ ਗਿਆ ਤੇ ਜਿਹਨੇ ਪੈਸੇ ਦਿੱਤੇ ਇਹ ਮੁੜ ਕੇ ਮਾਰ ਉਹਦੇ ਗੇੜੇ, ਉਹਦਾ ਜਿਹੜਾ ਹੈ ਜੀਣਾ ਹਰਾਮ ਕਰ ਦਿੰਦਾ ਹੈ। ਇਹ ਸਰੂਪ ਜੀ ਨੇ ਜਿਹੜੀ ਗੱਲ ਕੀਤੀ, ਮੈਂ ਵੇਖੋ ਉਹੀ ਗੱਲ ਮੈਂ ਤੁਹਾਨੂੰ ਕਹੀ ਹੈ। ਆ ਜਿਹੜੇ 1700 1750 ਏਕੜ ਜ਼ਮੀਨ ਵੀ ਹੈ ਨਾ ਥਰਮਲ ਦੀ, ਇਹ ਇਹਨਾਂ ਨੇ ਇਹੀ ਲੁੱਟਣੀ ਹੈ। ਸੌਦੇ ਆਲਰੇਡੀ ਹੋਣ ਲੱਗ ਗਏ ਆ ਵੱਡੀਆਂ ਫਰਮਾਂ ਨਾਲ ਵੀ ਤੈਨੂੰ 50 ਕਿੱਲੇ ਦੇ ਦਿਆਂਗੇ, ਤੈਨੂੰ 20 ਦੇ ਦਿਆਂਗੇ, ਤੈਨੂੰ 100 ਦੇ ਦਿਆਂਗੇ। ਇਹ ਸਭ ਲੁੱਟ ਖਸੁੱਟ ਜਿਹੜੀ ਇੱਕ ਤੁਸੀਂ ਕੀ ਸੋਚਦੇ ਹੋ ਕਿ ਇਹ ਜੋ ਕੱਲਾ ਕਰ ਲੈਂਦਾ? ਇਹ ਤਾਂ ਹੀ ਜਾਂਦੇ ਆ। ਜੇ ਜੋਜੋ ਦੇ ਰਿਸ਼ਤੇਦਾਰ ਸਾਹਿਬ ਦਾ ਇਸ਼ਾਰਾ ਨਾ ਹੋਵੇ ਤਾਂ ਜੋਜੋ ਇੱਥੇ ਕੀ ਚੀਜ਼ ਹੈ ਜੀ, ਕਿਵੇਂ ਲੈ ਜਾਵੇ ਪੈਸੇ? 1750 ਏਕੜ ਜ਼ਮੀਨ ਹੈ ਪ੍ਰਾਈਮ ਲੈਂਡ ਬਠਿੰਡੇ ਦੀ, ਇਹਨਾਂ ਨੇ ਐਂ ਲੁੱਟਣੀ ਹੈ। ਇਹ ਮੇਰੀ ਗੱਲ ਯਾਦ ਰੱਖਿਓ, ਇਹ ਤਕੜੇ ਹੋ ਕੇ ਲੜਾਈ ਲੜਨੀ ਪੈਣੀ ਹੈ। ਇਹ ਬਠਿੰਡੇ ਦੀ ਵਿਰਾਸਤ ਹੈ ਤੇ ਇਹਨੂੰ ਬਠਿੰਡੇ ਵਾਲਿਆਂ ਨੂੰ ਵੀ ਸਾਥ ਦੇਣਾ ਪੈਣਾ ਇਸ ਵਿਰਾਸਤ ਨੂੰ ਸਾਂਭਣ ਵਾਸਤੇ। ਮਲੂਕਾ ਸਾਹਿਬ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ ਸਾਰੇ ਮੰਤਰੀ ਦਾ ਕਰੋਨਾ ਟੈਸਟ ਕਰਾ ਰਹੀ ਹੈ ਕਿਉਂਕਿ ਬਾਹਰ ਨਿਕਲੇ ਸੀ, ਰੈਲੀ ਉਹਨਾਂ ਨੇ ਕੀਤੀਆਂ, ਤੁਸੀਂ ਵੀ ਤੁਹਾਡੀ ਰੈਲੀਆਂ ਹੋਈਆਂ, ਮੁਜ਼ਾਹਰੇ ਹੋਏ ਆ, ਤੁਹਾਡੇ ਤਰਫੋਂ ਵੀ ਟੈਸਟ ਕਰਾਇਆ? ਸਾਰੇ ਕਰਾ ਲੈਂਦੇ, ਜਦੋਂ ਕਹੋ ਉਦੋਂ ਕਰਾ ਲੈਂਦੇ, ਤੁਹਾਡੇ ਨਾਲ ਇਕੱਠੇ ਕਰਾ ਲੈਂਦੇ ਆਪਾਂ। ਚੱਲ ਨਹੀਂ ਤੁਸੀਂ ਨਹੀਂ, ਸ਼੍ਰੋਮਣੀ ਅਕਾਲੀ ਦਲ ਜਿੰਨੇ ਤੁਹਾਡੇ ਮੰਤਰੀ ਹੈ, ਜਿੰਨੇ ਸਾਰੇ ਹੈਗੇ ਤੁਹਾਡੇ, ਪੈਸੇ ਜਿੰਨੇ ਛੇਤੀ ਲੋਕ ਕਰਾ ਲੈਣਗੇ ਚੰਗਾ ਹੀ ਹੈ, ਤਾਂ ਕਿ ਨਾ ਤਾਂ ਆਪਦੀ ਸ਼ੰਕਾ ਜੀ ਨਿਕਲ ਜਾਂਦੀ ਹੈ, ਨਾਲੇ ਜਿੰਨੇ ਲੋਕਾਂ ਦਾ ਵੱਧ ਹੋ ਜੇ ਫਿਰ ਪਤਾ ਲੱਗ ਜੇ। ਹੁਣ ਬਹੁਤ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ, ਵਿੱਚ ਕਈਆਂ ਨੂੰ ਹੁੰਦਾ ਆਪੇ ਹਟ ਉੱਡ ਜਾਂਦਾ, ਕਈਆਂ ਨੂੰ ਕੋਈ ਚਾਂਸ ਦਿਸਦੇ ਵੀ ਨਹੀਂ ਹੈਗੇ। ਸੋ ਸਾਰਿਆਂ ਨੂੰ ਕਰਾ ਲੈਣਾ ਚਾਹੀਦਾ, ਕੋਈ ਮਾੜੀ ਗੱਲ ਨਹੀਂ। ਕਰੋਨਾ ਦੇ ਵਿੱਚ ਵੀ ਕਿਹੜੀ ਟੈਸਟਿੰਗ ਹੈ ਇਹਨਾਂ ਦੀ? ਜੇ ਕੋਈ ਆ ਜਾਂਦਾ ਤਾਂ ਉੱਥੇ ਵੈਸੇ ਸਰੂਪ ਜੀ ਨੇ ਗੱਲ ਵਿੱਚ ਆ ਗਈ, ਤੁਸੀਂ ਵੀ ਛੇੜਤੀ, ਚੰਗਾ ਹੋ ਗਿਆ। ਇੱਕ ਨਵੀਂ ਗੱਲ ਕੀਤੀ ਇਹਨਾਂ ਨੇ, ਕੱਲ ਆਇਆ ਗਾਈਡਲਾਈਨਾਂ ਜਾਰੀ ਕੀਤੀਆਂ ਕਿ ਜੇ ਕੋਈ ਕਰੋਨਾ ਦਾ ਬੰਦਾ ਬਿਮਾਰ ਹੋ ਜਾਵੇ, ਇੰਨੇ ਵੱਡੇ ਇਲਾਜ ਤਾਂ ਸੁਣੇ ਨਹੀਂ ਸੀ ਕਦੇ ਵੀ 8000 ਘੱਟੋ ਘੱਟ 8000 ਤੋਂ ਸ਼ਾਇਦ ਕਮਰਾ ਸ਼ੁਰੂ ਹੁੰਦਾ ਹੈ, 8500 ਤੋਂ ਤੇ 18000 ਤੱਕ ਜਾਂਦਾ ਹੈ। ਕਿ ਕਿਵੇਂ ਕਿ ਜੇ ਬੰਦੇ ਨੂੰ ਉੱਥੇ 15 ਦਿਨ ਰਹਿਣਾ ਪੈ ਗਿਆ, ਜਾਂ ਕੁਦਰਤੀ ਕਿਸੇ ਗਰੀਬ ਬੰਦੇ ਦੇ 4-5 ਜੀ ਸਾਰਿਆਂ ਨੂੰ ਹੋ ਗਿਆ ਕਰੋਨਾ, ਬਹੁਤਿਆਂ ਨੂੰ ਹੋ ਜਾਂਦਾ, ਮਿਨਿਸਟਰ ਬਾਜਵਾ ਉਹਦੇ ਟੱਬਰ ਸਾਰਿਆਂ ਨੂੰ ਹੋ ਗਿਆ, ਆਪਣੀ DC ਹੈਗੀ ਰੋਪੜ ਸੋਨਾਲੀ ਗਿਰੀ, ਉਹਦੇ ਘਰ ਵਾਲਾ ਡਾਇਰੈਕਟਰ ਆ, 6 ਜੀਆਂ ਨੂੰ ਹੋ ਗਿਆ। ਤੇ ਜੇ ਕਿਸੇ ਇੱਥੇ ਆਪਣੇ ਕਿਸੇ ਗਰੀਬ ਬੰਦਿਆਂ ਨੂੰ ਹੋ ਗਿਆ ਸਾਰੇ ਟੱਬਰ ਨੂੰ, ਤੇ ਫਿਰ ਤਾਂ 50000 ਰੁਪਇਆ ਰੋਜ਼ ਦਾ ਤੇ ਕੌਣ ਦੇਊਗਾ, ਕਿਵੇਂ ਦੇਊਗਾ? ਤਾਂ ਨਵੀਂ ਗੱਲ ਪੜ੍ਹ ਲਈ, ਪੇਪਰ ਦੇ ਵਿੱਚ ਆ ਗਈ, ਮੈਂ TV ਤੇ ਵੀ ਤਰਕੇ ਨਹੀਂ, ਉਹ ਘਟਾਤੇ ਜੀ, ਉਹ 18000 ਕਰਤੇ, 18000 ਕਰਕੇ 18000 ਰੇਟ ਘਟਾਤੇ, ਰੇਟ ਘਟਾ, ਹਾਂਜੀ ਪਰ ਪਰਸਨ। ਹਾਂ, ਪਹਿਲਾਂ 50000 ਸੀ, ਉਹ ਜੇ 5 ਜਾਣੇ ਆ ਤਾਂ ਲੱਖ ਨੂੰ ਗਏ ਨਾ ਰੋਜ਼। ਹਾਂ ਪਰ ਹਾਂ ਤੇ ਇਹ ਇੰਨਾ ਰੇਟ ਕਾਹਦਾ ਬਣਦਾ, ਕਿਸ ਚੀਜ਼ ਦਾ ਬਣਦਾ? ਨਿੱਜੀ ਹਸਪੀਟਲ, ਪ੍ਰਾਈਵੇਟ ਹਸਪੀਟਲ ਦੀ ਗੱਲ, ਬ੍ਰਦਰ ਇਲਾਜ ਕੋਈ ਨਹੀਂ, ਉੱਥੇ ਮੋਨੀਟਰਿੰਗ ਹੈ ਨਾ, ਐਸਪਰੀਨ ਦੀ ਗੋਲੀ ਦਿੰਦੇ, ਗੋਲੀ ਦੇ ਪਾਣੀ ਦਾ ਗਲਾਸ ਦਿੰਦੇ, ਲੱਖ ਰੁਪਇਆ ਰੋਜ਼ ਦਾ। ਹੋਰ ਕੁਝ ਵੀ ਨਹੀਂ ਇਲਾਜ ਉੱਥੇ, ਕੋਈ ਚੀਜ਼ ਦਾ ਇਲਾਜ ਨਹੀਂ। ਇਹ ਕੀ ਘਪਲਾ ਕੀ ਦਾ ਕੌਣ ਕਰ ਰਿਹਾ ਇਹ? ਇਹਦਾ ਮਤਲਬ ਹੋਟਲਾਂ ਨਾਲ ਮਿਲ ਕੇ ਉੱਥੇ ਪਾਉਣੇ ਆ ਨਾ ਬੰਦੇ, ਤਾਂ ਹੋਟਲਾਂ 'ਚ ਪਾਉਣੇ ਆ, ਆਪਣੇ ਕੋਲ ਨਹੀਂ ਰੱਖਣੇ। ਤੇ ਜਾਂ ਵੱਡੇ ਹਸਪਤਾਲ ਜਿਹੜੇ 5 ਸਟਾਰ ਵਰਗੇ ਉਹਨਾਂ ਦੇ ਕਮਰੇ ਬਣਾਏ ਹੋਏ ਆ, ਉਹ ਤਾਂ ਫਿਰ ਅਗਲਾ ਉਹ ਆਪ ਜੇ ਅਸੀਂ ਕਮਰਾ ਲੱਗੇ ਜੋ ਪ੍ਰਾਈਵੇਟ ਹਸਪਤਾਲ 'ਚ ਰਹਿਣਾ ਹੁੰਦਾ 5000 'ਚ ਦੇ ਦਿੰਦੇ ਆ, ਇਹਨਾਂ ਨੇ ਉਹਦਾ 18000 ਰੇਟ ਕਰਤਾ। ਇਸੇ ਉਹ ਤਾਂ ਆਪ ਦੇ ਦਿੰਦੇ 5000 'ਚ ਲੋਕਾਂ ਨੂੰ ਕਮਰਾ, ਜੇ ਉੱਥੇ ਬਿਮਾਰ ਹੁੰਦਾ ਮਰੀਜ਼, ਜਦੋਂ ਕੋਈ ਰੂਮ ਮੰਗਦਾ 5000 'ਚ ਆਮ ਹੀ ਮਿਲ ਜਾਂਦਾ, ਕੋਈ ਰੌਲਾ ਹੀ ਨਹੀਂ ਹੈਗਾ। ਅੱਛਾ, ਢੀਂਡਸਾ ਸਾਹਿਬ ਨੇ ਪਾਰਟੀ ਬਣਾਈ ਹੈ ਨਵੀਂ ਜੀ, ਢੀਂਡਸਾ ਸਾਹਿਬ ਨੇ ਜਿਹੜੀ ਪਾਰਟੀ ਬਣਾ ਲਈ ਸ਼੍ਰੋਮਣੀ ਅਕਾਲੀ ਦਲ। ਯਾਰ ਕੋਈ ਪਾਰਟੀ ਹੋਵੇ ਤਾਂ ਨਾਂ ਲੈ ਦਿਓ, ਕੋਈ ਪਾਰਟੀ ਨਹੀਂ, ਲੈਣਾ ਨਹੀਂ, ਦੇਣਾ ਨਹੀਂ, ਇਹ ਜਿਹਾ ਕੰਮ ਚੱਲਦਾ ਰਹਿੰਦਾ। ਕੋਈ ਆ ਗਿਆ, ਕੋਈ ਉੱਠ ਗਿਆ, ਵੱਡਾ ਕੰਮ ਹੈ, ਵੱਡੀ ਦੇਖੋ ਕਾਂਗਰਸ ਚੋਂ 2 ਨਿਕਲ ਗਏ, 2 ਆ ਗਏ, ਸਾਡੇ ਚੋਂ ਨਿਕਲ ਕੇ 2 ਆ ਗਏ, ਪਾਰਟੀਆਂ 2 ਹੀ ਚੱਲਦੀਆਂ, 2 ਹੀ ਚੱਲਣਗੀਆਂ, ਤੀਜੀ ਨਾਜ ਤੇ ਚੱਲੀ ਹੈ। ਬ੍ਰਹਮਪੁਰਾ ਪਰਿਵਾਰ ਆ ਰਿਹਾ ਜੀ ਵਾਪਸ। ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ। ਬਿਲਕੁਲ ਸਾਹਿਬ, ਢੀਂਡਸਾ ਸਾਹਿਬ ਕਹਿ ਰਹੇ 50% ਅਕਾਲੀ ਦੇ ਵਰਕਰ ਹੈ, ਕਾਰਜਕਰਤਾ ਸਾਡੇ ਨਾਲ ਆਉਣ ਨੂੰ ਤਿਆਰ, ਜਿਨ੍ਹਾਂ ਵਿੱਚੋਂ ਕੋਰ ਕਮੇਟੀ ਦੇ ਮੈਂਬਰ ਹੈ। ਦੇਖੋ ਮੈਂ ਇੱਥੇ ਕੁਝ ਵੀ ਕਹਿ ਦਿਆਂ, ਕਹਿਣ ਤੇ ਕੋਈ ਜ਼ੋਰ ਤਾਂ ਲੱਗਦਾ ਨਹੀਂ, ਜ਼ੋਰ ਤਾਂ ਲੱਗਦਾ ਨਹੀਂ। ਢੀਂਡਸਾ ਸਾਹਿਬ ਨੂੰ ਪਤਾ ਹੋਏਗਾ ਵੀ ਕੌਣ ਆ ਰਿਹਾ, ਤੇ ਮੂਹਰੇ ਅੱਗੇ ਸਾਰਾ ਸਮਾਂ ਮੂਹਰੇ ਆਉਣਾ ਹੀ ਹੈ, ਪਤਾ ਲੱਗ ਜੂ ਕੌਣ ਜਾਂਦਾ। ਕੋਈ ਚੋਣ ਆ ਜੇ ਲੜਨ, ਵੈਸੇ ਤਾਂ ਹੁਣ ਚੋਣ ਕੋਈ ਮੈਨੂੰ ਲੱਗਦਾ ਆਉਣੀ ਨਹੀਂ, ਅਸੈਂਬਲੀ ਆਏਗੀ, ਕਿਉਂਕਿ ਪਹਿਲਾਂ ਕੋਈ ਆਉਣੀ ਹੀ ਨਹੀਂ। ਫਿਰ ਇਹਨੂੰ ਭਾਅ ਪਤਾ ਲੱਗ ਜਾਏਗਾ ਕਿ ਇਹਨਾਂ ਨੇ ਟਕਸਾਲੀ ਤੇ ਇਹ ਸਾਰੇ ਇਕੱਠੇ ਹੀ ਸੀ, ਟਕਸਾਲੀ ਵੀ ਵਿੱਚੇ ਸੀ, ਢੀਂਡਸਾ ਸਾਹਿਬ ਵੀ ਵਿੱਚੇ ਸੀ, ਹੋਰ ਜਿਹੜੇ ਨਿੱਕੇ ਫਿਰਦੇ ਆ ਸਰਕਾਰ ਦੇ ਬੰਦੇ ਜੇ ਛੱਡੇ ਵੇ, ਉਹ ਸਰਕਾਰ ਹੀ ਖੜੇ ਕਰਦੀ ਹੈ ਨਾ ਦਲਾਂ ਨੂੰ, ਸਾਰਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਖਾਤਰ। ਇਹ ਸਾਰਿਆਂ ਨੇ ਇਕੱਠੇ ਹੋ ਕੇ ਪਹਿਲਾਂ ਤਾਂ ਅਸੀਂ ਜੀ 6 ਸੀਟਾਂ ਲੜਾਂਗੇ, ਫਿਰ 5, ਫਿਰ 4, 1 ਤੇ ਆ ਗਏ, ਇਕੱਲੀ ਲੜੀ ਸੀ ਨੇ ਅਨੰਦਪੁਰ ਸਾਹਿਬ। ਬੰਦਾ ਵੀ ਇਹਨਾਂ ਦਾ ਬੁਲਾਰਾ ਬੜਾ ਟਾਪਦਾ ਸੀ, ਵੀਰ ਦਵਿੰਦਰ, ਜਿਹਨੇ ਕਿ 11-12 ਪਾਰਟੀਆਂ ਬਦਲ ਗਏ ਪਹਿਲਾਂ। ਉਹ ਬੰਦਾ ਚੋਣ ਲੜਾਇਆ ਸੀ ਇਹਨਾਂ ਨੇ, ਇੱਕ ਉਹਦੇ ਤੇ ਸਮਝੌਤਾ BSP ਨਾਲ ਵੀ ਤੋੜਤਾ ਸੀ, ਇਹ ਸਾਡਾ ਤਾਂ ਇਹ ਤਾਂ ਬਾਹਲਾ ਤਕੜਾ ਕੈਂਡੀਡੇਟ ਆ, ਇੱਥੇ ਸਾਡਾ ਕੋਈ ਸਮਝੌਤਾ ਹੀ ਨਹੀਂ ਹੈਗਾ।
ਤੇ ਵੋਟ ਪਤਾ ਕਿੰਨੀ ਪਈ ਸੀ? ਇੰਨੀਆਂ ਵੋਟਾਂ ਪਈਆਂ ਨਾ 9009 ਹਲਕਿਆਂ 'ਚ। ਅੱਜ ਤੱਕ ਕਿਹੜੀ ਜਾਂਦੇ ਆ ਵੋਟਾਂ ਦੀਆਂ। ਢੀਂਡਸਾ ਪਰਿਵਾਰ ਕਹਿੰਦਾ ਵੀ ਅਕਾਲੀ ਦਲ ਦੇ ਯਾਨੀ ਜੇ ਬੰਦਾ ਆਮ ਵੀ ਖੜਾ ਹੋ ਜਾਏ ਨਾ 2000 ਯਾਦ ਨੂੰ ਵੀ ਪੈ ਜਾਂਦੀ ਹੈ। ਤੁਸੀਂ ਵੀ ਕਾਗਜ਼ ਭਰ ਕੇ ਆ ਜਾਓ ਨਾ 2-2.5 ਤੁਹਾਨੂੰ ਵੀ ਪੈ ਜਾਊ। ਅੱਜ ਤੱਕ ਕਿਹੜੀ ਜਾਂਦੇ ਗਿਣਤੀ ਨਹੀਂ ਮੁੱਕੀ ਅਜੇ ਉਹਦੀ। ਕੋਈ ਨਹੀਂ ਕਹਿੰਦੇ ਵੀ ਅਸੀਂ ਆਪਦੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਵੀ ਦਾਵਾ ਕਰਾਂਗੇ, ਦਫ਼ਤਰ ਤੇ ਵੀ ਕਰਾਂਗੇ। ਤੇ ਫਿਰ ਮੇਰੀ ਗੱਲ ਤਾਂ ਸੁਣੋ, ਜਿਵੇਂ ਹੁਣ ਰਾਜ ਸਭਾ ਮੈਂਬਰ ਹੈ ਤੇ ਪਰਮਿੰਦਰ ਐਮਐਲਏ ਹੈ, ਤੇ ਫਿਰ ਬੁਲਾ ਲੈਣ ਜਿੱਦੇ ਮਰਜ਼ੀ। ਪਹਿਲਾਂ ਭਜਦਾ ਕਿ ਉਹਨੂੰ ਡੈਲੀਗੇਟ ਇਜਲਾਸ ਬੁਲਾਉਂਦਾ, ਆਪੇ ਪਤਾ ਲੱਗ ਜਾਂਦਾ ਕਿਸੇ ਤੇ ਇਹਨਾਂ ਨੇ ਪਾਰਟੀ ਬਣਾਈ। ਉਹ ਖਰ ਕਰਦਾ ਵੱਧ ਅਧਿਕਾਰਾਂ ਦੀ ਗੱਲ ਵੀ ਉੱਥੇ ਜੋ ਸਾਡੀ ਸੁਣੀ ਦੀ ਨਹੀਂ ਸੀ। ਤੇ ਪਹਿਲੇ ਤਾਂ ਇਹ ਝੂਠਾ ਟੋਟਲੀ ਕਿਉਂਕਿ ਮੈਂ ਕੋਰ ਕਮੇਟੀ ਦਾ 15 ਸਾਲ ਤੋਂ ਤਾਂ ਮੈਂ ਵੀ ਮੈਂਬਰ ਹੈਗਾ। ਹਰ ਮੀਟਿੰਗ ਦੇ ਵਿੱਚ ਕੋਈ ਗੱਲ ਨਹੀਂ ਸੀ ਜਿਹੜੀ ਇਹਨਾਂ ਦੀ ਨਾ ਮੰਨੀ ਜਾਂਦੀ ਹੋਵੇ। ਲਾਸਟ ਮੀਟਿੰਗ ਜਿੱਦੇ ਹੋਈ ਹੈ ਬਾਦਲ, ਇਹ ਤਿੰਨੇ ਜਣਿਆਂ ਨੇ ਆ ਕੇ ਇਹ ਗੱਲ ਕਹੀ ਸੀ ਵੀ ਆਪਣੀ ਪਾਰਟੀ ਹਾਰ ਗਈ ਤੇ ਹੁਣ ਪ੍ਰਧਾਨ ਬਾਦਲ ਸਾਹਿਬ ਤੁਸੀਂ ਬਣ ਗਏ। ਕਹਿੰਦੇ ਮੇਰੀ ਤਾਂ ਸਿਹਤ ਇਜਾਜ਼ਤ ਨਹੀਂ ਦਿੰਦੀ, ਮੈਂ ਤਾਂ ਬਣਨਾ ਨਹੀਂ, ਹੁਣ ਤੁਸੀਂ ਆਪਦਾ ਦੇਖ ਲਓ। ਫਿਰ ਕਹਿੰਦੇ ਕਿਸੇ ਨੇ ਬਣਨਾ ਨਹੀਂ ਬਣਨਾ ਜੇ ਸੁਖਬੀਰ ਜੀ ਅਸਤੀਫਾ ਦੇ ਦੇਣ। ਹੁਣ ਉਹ ਵੇਖੋ ਆਪਣੇ 19 ਮੈਂਬਰਾਂ ਦੀ ਜਾਂ 20 ਮੈਂਬਰਾਂ ਦੀ ਕੋਰ ਕਮੇਟੀ ਇੱਕ ਜਥੇਬੰਦੀ ਆ ਆਪਣੀ, ਕਿਸੇ ਦੀ ਕਿਸੇ ਦੀ ਹੈਗੀ, ਕੋਈ ਸਿਸਟਮ ਤਾਂ ਬਣੇ ਹੋਇਆ ਨਾ। ਹੁਣ ਕੱਲ ਨੂੰ ਮੈਂ ਆਖ ਦੂ ਅਸਤੀਫਾ ਦੇ, ਪਰਸੋਂ ਨੂੰ ਇਹ ਆਖ ਦੂ ਅਸਤੀਫਾ ਦੇ, ਐ ਤਾਂ ਨਹੀਂ ਚੱਲਦਾ। ਬਹੁਤ ਸੰਮਤੀ ਮੈਜੋਰਟੀ ਚੱਲਦੀ ਹੈ, ਕਿਤੇ ਵੀ ਚੱਲੇ। ਅਸੀਂ ਆਖਿਆ ਵੀ ਮੈਜੋਰਟੀ 'ਚ ਵੋਟਿੰਗ ਕਰਾ ਲਓ। ਜੇ ਬਹੁਤ ਸੰਮਤੀ ਸੁਖਬੀਰ ਦੇ ਅਸਤੀਫੇ ਦੇ ਹੱਕ 'ਚ ਉਹ ਆਪੇ ਜਦੋਂ ਆਪਾਂ ਬਹੁਤ ਸੰਮਤੀ ਨਾਲ, ਜੇ ਬਹੁਤ ਸੰਮਤੀ ਇਹਦੇ ਨਾਲ ਹੱਕ 'ਚ ਤੁਸੀਂ ਤਿੰਨ ਹੀ ਹੈ, ਫਿਰ ਤੁਹਾਨੂੰ ਇਹ ਛੱਡਣੀ ਚਾਹੀਦੀ ਹੈ, ਮੰਗ ਨਹੀਂ ਕਰਨੀ ਚਾਹੀਦੀ। ਜਿੱਥੋਂ ਤੱਕ ਹੁਣ ਗੱਲ ਕਰਦੇ ਆ ਡੈਮੋਕ੍ਰੇਸੀ ਦੀ, ਢੀਂਡਸਾ ਮੇਰੀ ਬੇਨਤੀ ਆ ਤੁਹਾਨੂੰ, ਸੰਗਰੂਰ ਬਰਨਾਲੇ 'ਚ ਕਿਸੇ ਦਿਨ ਗਏ ਲੰਘਦੇ ਟੱਪਦੇ 8 ਹਲਕਾ ਇੰਚਾਰਜ ਤਾਂ ਸਾਡੇ ਨਾਲ ਹੀ ਆ ਗਏ ਨਾ, ਕੋਈ ਨਹੀਂ ਗਿਆ ਉਹਨਾਂ ਨਾਲ। ਸਰਕਲ ਜਥੇਦਾਰ ਸਾਰੇ ਸਾਡੇ ਨਾਲ ਆ ਗਏ, ਮੈਂਬਰ ਐਜੀਪੀਸੀ 71 ਛੱਡ ਕੇ ਆ ਗਏ। ਤੁਸੀਂ ਉੱਥੋਂ ਦੇ ਹਲਕਾ ਇੰਚਾਰਜਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੂੰ ਥਾਣੇਦਾਰ ਆਪਦੇ ਹਲਕੇ 'ਚ ਲਵਾਉਣ ਦੀ ਇਜਾਜ਼ਤ ਨਹੀਂ ਸੀ। ਆਪਦੇ ਹਲਕੇ 'ਚ ਥਾਣੇਦਾਰ ਵੀ ਢੀਂਡਸਾ ਲਾਉਂਦਾ ਸੀ। ਤੇ ਫਿਰ ਕਿਹੜੇ ਅਧਿਕਾਰਾਂ ਦੀ ਗੱਲ ਕਰਦੇ ਢੀਂਡਸਾ ਸਾਹਿਬ ਵੀ ਉੱਥੇ ਡੈਮੋਕ੍ਰੇਸੀ ਨਹੀਂ ਸੀ। ਤੂੰ ਸੰਗਰੂਰ ਜ਼ਿਲ੍ਹੇ 'ਚ ਕਿਸੇ ਨੂੰ ਥਾਣੇਦਾਰ ਨਹੀਂ ਸੀ ਲਾਉਣ ਦਿੰਦਾ ਤੇ ਤੂੰ ਡੈਮੋਕ੍ਰੇਸੀ ਦੀਆਂ ਗੱਲਾਂ ਕਰਦਾ। ਕੋਈ ਕੰਮ ਨਹੀਂ ਸੀ ਹੋ ਸਕਦਾ ਕਿਸੇ ਦਾ। ਸੋ ਬਿਲਕੁਲ ਮੈਂ ਮੰਨਦਾ ਜੇ ਉਹਨਾਂ ਨੂੰ ਕੋਈ ਗਿਲਾ ਸੀ ਕਿਸੇ ਗੱਲ ਦੇ ਉੱਤੇ, ਜਾਂ ਬਰਪੁਰ ਸਾਹਿਬ ਦੇ ਮੈਂ ਚੰਗੇ ਨਹੀਂ ਲੱਗਦੇ ਸੀ ਬਿਆਨਬਾਜ਼ੀ, ਹੁਣ ਇਹਨਾਂ ਦੇ ਖਿਲਾਫ ਕਰੀਏ, ਨਿਬੜਿਆ ਕੰਮ। ਜੇ ਇਹਨਾਂ ਨੂੰ ਗਿਲਾ ਸੀ, ਇਹ 12 ਤੋਂ 17 ਵਾਲੀ ਸਰਕਾਰ ਤੇ ਲਾਉਂਦੇ ਆ ਨਾ ਗੱਲ ਸਾਰੀ ਵੀ ਇੱਥੇ ਆ ਹੋਇਆ 12 ਦੀ ਤੇ 17 ਦੀ ਸਰਕਾਰ ਤੇ ਜੇ ਦੋਨਾਂ ਨੂੰ ਗਿਲਾ ਸੀ, ਫਿਰ ਇਹ ਮਰਦ ਬਣਦੇ ਉਦੋਂ ਅਸਤੀਫਾ ਦਿੰਦੇ ਚੱਲਦੀ ਸਰਕਾਰ 'ਚ। ਢੀਂਡਸਾ ਸਾਹਿਬ ਰਾਜ ਸਭਾ ਤੋਂ ਦਿੰਦੇ, ਪਰਮਿੰਦਰ ਖਜ਼ਾਨਾ ਮੰਤਰੀ ਤੋਂ ਦਿੰਦੇ, ਫਿਰ ਬਣਦੀ ਸੀ ਗੱਲ। ਉਦੋਂ ਬਾਅਦ ਤਾਂ ਟੀਟਾ ਤੇ ਜਮਾਈ ਵਾਸਤੇ ਵੀ ਲਈ ਬਹਾਲੀ ਤੋਂ ਢੀਂਡਸਾ ਸਾਹਿਬ। ਇਹ ਮੇਰੇ ਚੰਗੀਆਂ ਗੱਲਾਂ ਤਾਂ ਹੈ ਨਹੀਂ। ਬਰਪੁਰਾ ਸਾਹਿਬ ਨੇ ਜੋ ਹੁਣ ਗੁਰੂ ਗ੍ਰੰਥ ਸਾਹਿਬ ਦਾ ਫਿਕਰ ਹੋ ਗਿਆ ਤੇ 8 ਮਹੀਨੇ ਪਹਿਲਾਂ ਤਾਂ ਚੋਣ ਲੜੀ ਖਡੂਰ ਸਾਹਿਬ ਤੋਂ, ਆਪਦੇ ਭਾਣਜੇ ਨੂੰ ਚੋਣ ਲੜਾਈ ਉੱਥੋਂ, ਤੇ ਉਦੋਂ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ। ਇਹ ਨਹੀਂ, ਇਹ ਗੱਲਾਂ ਗਲਤ ਨੇ। ਇਹ ਜਿਹੀਆਂ ਗੱਲਾਂ ਏਡੇ ਵੱਡੇ ਲੀਡਰਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਕਰਦੇ ਆ। ਮਰਦ ਬਣਦੇ ਫਿਰ ਜੇ ਨੁਕਸ ਕੱਢਦੇ ਆ 2012 ਤੋਂ 17 ਵਾਲੀ ਸਰਕਾਰ, ਉਦੋਂ ਅਸਤੀਫਾ ਦੇ ਕੇ ਵਿਹਲੇ ਹੁੰਦੇ, ਉਦੋਂ ਪਾਸੇ ਹੁੰਦੇ, ਫਿਰ ਲੋਕ ਵੀ ਚੰਗਾ ਕਹਿੰਦੇ। ਹੁਣ ਮਲਾਈ ਛੱਕ ਕੇ ਸਾਰਾ ਕੁਝ ਹੁਣ ਦੱਸਿਆ ਵੀ ਹਲੇ 5 ਸਾਲ ਕੁਝ ਹੈ ਨਹੀਂ। ਹੁਣ ਉਹ ਕਾਂਗਰਸ ਦੇ ਉਧਰੋਂ ਆਪਦਾ ਚਲਾ ਛੱਡਿਆ ਤੋਰੀ ਮੁਲਕਾ। ਹੁਣ ਤਾਂ ਗੱਲ ਸਰ ਰਾਸ਼ਨ ਜਮਾਖੋਰੀ ਦੇ ਕਾਫੀ ਮਾਮਲੇ ਆ ਰਹੇ ਨੇ। ਪਹਿਲਾਂ ਅੰਮ੍ਰਿਤਸਰ ਆਇਆ, ਫਿਰ ਕੱਲ ਰਾਤ ਨੂੰ ਜਲੰਧਰ ਚ ਆਇਆ। ਕਾਂਗਰਸੀ ਵਿਧਾਇਕ ਜਵਾਬ ਦੇ ਦਿੱਤੇ ਭਾਜਪਾ ਨੇ। ਤੁਸੀਂ ਸਾਡੇ ਪਿੰਡ ਚੱਲ ਵੜੋ, ਮੈਂ ਬਣਾ ਦੇਣਾ ਕਾਂਗਰਸੀ ਦੇ ਘਰੇ ਪਿਆ। ਮੈਂ ਚੈਲੰਜ ਕੀਤਾ ਆਸ਼ੂ ਨੂੰ ਟੀਵੀ ਦੇ ਉੱਤੇ, ਤੁਹਾਡੇ ਦੇ ਉੱਤੇ ਸ਼ਾਇਦ 18 ਤੇ ਸੀਗਾ ਉਹਦੇ। ਮੈਂ ਚੈਲੰਜ ਕੀਤਾ ਉਹਨੂੰ, ਮੈਂ ਕਿਹਾ ਆਸ਼ੂ ਜੀ ਮੈਂ ਤੁਹਾਡਾ ਸਤਿਕਾਰ ਕਰਦਾ, ਮੈਂ ਤੁਹਾਡੀ ਨੀਅਤ ਤੇ ਸ਼ੱਕ ਨਹੀਂ ਕਰਦਾ। ਮੈਂ ਇਹੀ ਲਫ਼ਜ਼ ਵਰਤੇ ਸੀਗੇ। ਮੈਂ ਅੱਜ ਵੀ ਕਹਿਣਾ ਕਿ ਮੈਂ ਕਿਹਾ ਤੁਸੀਂ ਸਾਰਾ ਛੱਡੋ ਯਾਰ, ਮੇਰੇ ਪਿੰਡ ਦਾ ਚੈੱਕ ਕਰਾ। ਤੁਸੀਂ ਵੀ ਆ ਜਾਓ, ਮੈਂ ਵੀ ਹੋਊਂਗਾ, ਮਹਿਮਾਨਨਵਾਜ਼ੀ ਤੁਹਾਡੀ ਪੂਰੀ ਕਰਾਂਗੇ। ਮੇਰੇ ਪਿੰਡ ਦਾ ਚੈੱਕ ਕਰਾ ਦਿਓ। ਜੇ ਮੇਰੇ ਪਿੰਡ 'ਚ ਵੰਡਿਆ ਗਿਆ ਹੋਇਆ, ਮੈਂ ਕਹਿ ਦੂੰ ਸਾਰੇ ਪੰਜਾਬ 'ਚ ਠੀਕ ਵੰਡਿਆ ਗਿਆ। ਯਾਰ ਜੇ ਮੇਰੇ ਪਿੰਡ 'ਚ ਨਹੀਂ ਠੀਕ ਵੰਡਿਆ ਗਿਆ, ਜਿੱਥੇ ਮੈਂ ਬੈਠਾ ਹਾਂ, ਤੇ ਤੁਸੀਂ ਹਿਸਾਬ ਲਾ ਲਓ ਫਿਰ ਬਾਕੀਆਂ ਦਾ ਕੀ ਹਾਲ ਹੈ। ਮੈਂ ਕਿਹਾ ਤੁਹਾਡਾ ਵਜ਼ੀਰ ਆਇਆ ਸੀ, ਬੰਦੇ ਉੱਥੇ ਸੀ 40 ਸਾਰੇ, ਫੋਟੋਆਂ ਵਿਖਾ ਦੇਣਾ ਮੈਂ ਤੁਹਾਨੂੰ, ਜਿਹੜੇ ਉਹਦੇ ਮੂਹਰੇ ਬੈਠੇ ਸੀ ਫੋਟੋ ਦੇ ਦੇਣਾ, ਮੇਰੇ ਕੋਲ ਹੈਗੀਆਂ ਅੱਜ ਵੀ, ਹੁਣ ਵੀ ਹੈਗੀਆਂ। ਤੇ ਮੈਂ ਕਿਹਾ 25 ਬੰਦਿਆਂ ਨੂੰ ਰਾਸ਼ਨ ਵੰਡਿਆ, 15 ਕੁ ਵਰਕਰ ਸੀਗੇ ਉਹਨਾਂ ਦੇ, ਜਿਹੜੇ 4 ਤਾਂ ਨਾਲ ਆਏ ਸੀ, 4-5 ਸਾਡੇ ਪਿੰਡ ਦੇ ਸੀ। 25 ਬੰਦਿਆਂ ਨੂੰ ਰਾਸ਼ਨ ਦਿੱਤਾ ਉੱਥੇ, ਅਖਬਾਰ 'ਚ ਛਪੀ ਹੈ, ਕੱਢ ਲਓ ਤੁਹਾਡੇ ਖਬਰ, 1000 ਬੰਦੇ ਨੂੰ ਰਾਸ਼ਨ ਵੰਡਿਆ ਉੱਥੇ। ਫਿਰ ਕਿੱਧਰ ਗਿਆ 975 ਬੰਦਿਆਂ ਦਾ ਵੰਡਿਆ ਤਾਂ 25 ਨੂੰ, 975 ਦਾ ਕਿੱਥੇ ਗਿਆ? 2 ਨੰਬਰ 'ਚ ਹੀ ਗਿਆ ਨਾ ਸਾਰਾ। ਸਾਰਿਆਂ ਦੇ ਘਰੇ ਪਿਆ। ਸੋ ਇਹ ਮੈਂ ਅੱਜ ਬਣਾ ਦਿੰਦਾ ਕਾਂਗਰਸ ਦੇ ਘਰੇ, ਸਾਰਿਆਂ ਦੇ ਘਰਾਂ ਦੇ ਵਿੱਚ ਜਮ੍ਹਾਂ ਕਰੀ ਬੈਠੇ। ਜਗਸੀਰ ਸਿੰਘ ਨਾਂ ਦਾ ਬੰਦਾ ਉਹਦੇ ਘਰੇ ਲਾਉਂਦੇ ਆ, ਜਾ ਕੇ ਉੱਥੇ ਚੁਕਾਈ ਜਾਂਦੇ ਜਿਹਨੂੰ। ਮਲੂਕਾ ਸਾਹਿਬ ਇੱਕ ਨਾ ਹੋਰ ਅੱਜ ਕੱਲ੍ਹ ਬੜਾ ਬਰਨਿੰਗ ਇਸ਼ੂ ਹੈ ਜੀ। ਆਪਾਂ ਉਹਦੀ ਗੱਲ ਵੀ ਟੇਢੀ ਟਿੰਗੀ ਉਹ ਛੜੀ ਹੈ। ਇੱਕ ਡੇਰੇ ਸਿਰਸੇ ਵਾਲਾ ਮਾਮਲਾ ਉੱਠਦਾ ਬਾਰ-ਬਾਰ। ਉਹਦੇ ਵਿੱਚ ਹੁਣ ਪਿਛਲੇ 3-4 ਦਿਨਾਂ ਤੋਂ ਕਾਂਗਰਸ ਵਾਲਿਆਂ ਨੇ ਵੀ ਕਾਫੀ ਜ਼ੋਰ ਸ਼ੋਰ ਨਾਲ ਮੰਗ ਉਠਾਈ ਹੈ, ਤੇ ਜਿਹੜੇ ਡੇਰੇ ਵਾਲੇ ਹੈਗੇ ਵਰਕਰ, ਉਹਨਾਂ ਨੇ ਵੀ ਤੁਹਾਡੇ ਪਾਰਟੀ ਪ੍ਰਧਾਨ ਤੇ ਐਲੀਗੇਸ਼ਨ ਲਾਇਆ ਕਿ ਜਿਹੜੀ ਪੋਸ਼ਾਕ ਸੀ ਉਹਨਾਂ ਨੇ ਭੇਜੀ ਸੀ ਇੱਕ ਸਾਜ਼ਿਸ਼ ਤਹਿਤ। ਤੇ ਹੁਣ ਉਹਨਾਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਕਿ ਪੰਥ ਚੋਂ ਛੇਕਿਆ ਜਾਵੇ। ਜਦ ਜਾਖੜ ਤੋਂ ਹੋਇਆ ਮੈਂਟਲੀ ਅਪਸੈਟ ਜੀ, ਉਹਦੀ ਤਾਂ ਗੱਲ ਆਪਾਂ ਨਹੀਂ ਕਰਦੇ। ਕੀ ਬੋਲਦਾ ਕੀ ਨਹੀਂ, ਉਹ ਤਾਂ ਰੋਜ਼ ਜਿਵੇਂ ਕਾਲਜ ਦੇ ਬੰਦੇ ਬੋਲਦੇ ਹੁੰਦੇ ਨਾ, ਕਿਉਂਕਿ ਹਾਰ ਗਿਆ 2 ਵਾਰੀ ਪਹਿਲਾਂ ਅਸੈਂਬਲੀ ਹਾਰ ਗਿਆ, ਉਹਨੇ ਡਿਪਟੀ ਸੀਐਮ ਬਣਨਾ ਸੀ, ਫਿਰ ਲੋਕ ਸਭਾ ਹਾਰ ਗਿਆ ਬੁਰੀ ਤਰ੍ਹਾਂ। ਉਹਦਾ ਤਾਂ ਛੱਡੀਏ, ਜਿਹੜੀ ਤੁਹਾਡੀ ਗੱਲ ਆ ਵੇਖੋ, ਜਿਹਦੀ ਉਹ ਜਨਾਨੀ ਦਾ ਨਾਂ ਲੈਂਦੇ ਆ, ਉਹ ਤਾਂ ਡੇਰੇ ਵਾਲਿਆਂ ਨੇ ਕਹਿਤਾ ਸਾਡੀ ਤਾਂ ਹੈ ਹੀ ਨਹੀਂ।
ਇਹ ਤਾਂ ਐਵੇਂ ਫਿਰਦੀ ਹੈ, ਸਾਡੀ ਤੇ ਹੈ ਹੀ ਨਹੀਂ। ਇੱਕ ਪੁਆਇੰਟ ਫਿਰ ਉਹ ਜਨਾਨੀ ਨੇ ਟੀਵੀ ਤੇ ਕਿਹਾ ਸੀ, ਮੈਂ ਸੁਣਿਆ ਖੁਦ, ਕਿ ਮੈਂ ਨਹੀਂ ਕਹਿੰਦੀ। ਉਹਨੇ ਬਾਰ-ਬਾਰ ਕਿਹਾ ਕਿ ਮੈਂ ਨਹੀਂ ਕਹਿੰਦੀ ਇਹ ਗੱਲ, ਉਹਨੇ ਬਾਰ-ਬਾਰ ਇਹ ਗੱਲ ਦੁਹਰਾਈ ਹੈ। ਸ਼ਸ਼ੀਕਾਂਤ ਜਿਹੜਾ ADGP ਉਹ ਕਹਿੰਦਾ ਹੈ, ਫਿਰ ADGP ਨੂੰ ਉੱਥੇ ਦੇ ਉਸੇ ਵੇਲੇ ਲਿਆ ਆਪਣਾ ਵਿਜੇਪਾਲ ਲਿਆ ਸ਼ਸ਼ੀਕਾਂਤ ਨੇ ਜਿਹੜਾ ਕਿਹਾ ਤੁਸੀਂ ਸੁਣੀ ਲਿਆ ਵੀ ਬਿਲਕੁਲ ਝੂਠ ਕਹਿੰਦੀ ਹੈ ਇਹ, ਮੈਂ ਤਾਂ ਕਦੇ ਕਿਹਾ ਹੀ ਨਹੀਂ, ਇਹ ਤਾਂ ਬਿਲਕੁਲ ਹੀ ਝੂਠ ਕਹਿੰਦੀ ਹੈ, ਟੋਟਲੀ ਝੂਠ ਕਹਿੰਦੀ ਹੈ। ਉਹ ਸਾਰੀ ਗੱਲ ਉਹਨੇ ਕਲੀਅਰ ਕੀਤੀ। ਉਹਨੇ ਤੇ ਇੱਥੋਂ ਵੀ ਅੱਗੇ ਵੀ ਜਾ ਕੇ ਕਹਿਤਾ ਕਿ ਮੇਰੇ ਮਤਭੇਦ ਹੈ ਬਾਦਲ ਪਰਿਵਾਰ ਨਾਲ ਸ਼ਸ਼ੀਕਾਂਤ ਨੇ, ਪਰ ਇਹੋ ਜਿਹਾ ਕੰਮ ਬਾਦਲ ਪਰਿਵਾਰ ਨਹੀਂ ਕਰ ਸਕਦਾ, ਇਹ ਬਿਲਕੁਲ ਝੂਠ ਹੈ ਟੋਟਲੀ। ਇਹ ਗੱਲ ਬਿਲਕੁਲ ਮੈਂ ਵੀ ਸੁਣੀ ਹੈ ਕਿ ਹੁਣ ਇਹ ਤੁਸੀਂ ਬਸ ਲਾਸਟ ਸਟੇਜ ਨਾਲ ਰਿਲੇਟਡ ਹੈ ਨਹੀਂ, ਉਹਦੇ ਤੇ ਅਸੀਂ ਉਹਨੂੰ ਨੋਟਿਸ ਦੇ ਕੇ ਵੀਰਪਾਲ ਤੇ ਅਸੀਂ ਕੇਸ ਕਰ ਰਹੇ ਹਾਂ। ਡਿਫੈਮੇਸ਼ਨ